वेद पुराण शास्त्र अनंत, गीत कविता न गावोगो। अखंड मंडल निरंकार मह, अनहद बेन बजावगो। वेद पुराण शास्त्र अनंत। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगी अटल शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। सतगुरां दी पवित्र अमृत बाणी दी कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। हो रियो गंग वहाइया। सो सतगुरु नानक देव जी महाराज ने गुरु घर दे विच ਇਹ ਹੋਰ ਹੀ ਪਾਸੇ ਤੋਂ ਉਲਟੀ ਗੰਗਾ ਵਗਾ ਦਿੱਤੀ ਹੈ। ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਵਨ ਸ੍ਰੀ ਲਹਿਣਾ ਜੀ ਅੱਗੇ ਮੱਥਾ ਟੇਕ ਕੇ ਪੁੱਠੇ ਪਾਸੇ ਗੰਗਾ ਵਹਾ ਦਿੱਤੀ ਹੈ। ਅੱਜ ਤੱਕ ਕਦੀ ਵੀ ਚੇਲੇ ਦੇ ਚਰਨਾਂ ਦੇ ਗੁਰੂ ਨੇ ਮੱਥਾ ਨਹੀਂ ਸੀ ਟੇਕਿਆ। ਇਹ ਜੋ ਚੇਲੇ ਦੇ ਚਰਨਾਂ ਦੇ ਮੱਥਾ ਟੇਕਿਆ ਇਹ ਉਲਟੀ ਗੰਗਾ ਵਹਾ ਦਿੱਤੀ ਹੈ। ਦੁਨਿਆਈ ਆਖਾਂ ਕਿ ਕਿਉ ਨਾ। ਜੋ ਦੁਨੀਆ ਦੇ ਲੋਕ ਆਂਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ। ਇੱਕ ਤਾਂ ਚੇਲੇ ਦੇ ਚਰਨਾਂ 'ਤੇ ਮੱਥਾ ਟੇਕਿਆ, ਦੂਜਾ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਗੁਰਿਆਈ ਦਿੱਤੀ ਹੈ। ਇਹ ਹੋਰ ਹੀ ਪਾਸੇ ਉਲਟੀ ਗੰਗਾ ਵਗਾ ਦਿੱਤੀ ਹੈ। ਅਥਵਾ ਦੁਨੀਆ ਆਂਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਕੀ ਅਸਚਰਜ ਕੌਤਕ ਕੀਤਾ ਹੈ। ਸਿੱਖਾਂ ਦੀ ਗ੍ਰਸਤ ਵਿੱਚ ਰਹਿੰਦਿਆਂ ਬਿਰਤੀ ਰੂਪ ਗੰਗਾ ਹੋਰ ਪਾਸੇ ਪਾਪ ਸੰਸਾਰ ਤੋਂ ਉਲਟਾ ਕੇ ਵਾਹਿਗੁਰੂ ਵੱਲ ਵਗਾ ਦਿੱਤੀ, ਭਾਵ ਜੋੜ ਦਿੱਤੀ ਹੈ। ਨਾਨਕਾ ਈਸ਼ਰ ਜਗਨਾਥ। ਈਸ਼ਰ ਪਰਮੇਸ਼ਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦੇ ਸੁਆਮੀ ਮਾਲਕ ਹਨ। ਉੱਚ ਹੱਦੀ ਵੈਨਾ ਵਿਰਕਿਓ ਨਾ। ਵਿਰਕਿਓ ਨਾ ਜੋ ਦੁਨੀਆ ਦੇ ਕਰਮ ਕਾਂਡਾਂ ਦੀਆਂ ਹੱਦੀ ਹੱਦਾਂ ਜਾਂ ਦੁਨੀਆ ਦੀਆਂ ਬਾਸ਼ਨਾ ਰੂਪ ਹੱਦਾਂ ਜਾਂ ਦੁਨੀਆ ਦੇ ਗਿਆਨ ਦੀਆਂ ਅੱਦਾਂ ਤੋਂ ਉੱਚੇ ਵਹਿਣ ਬਚਨ ਵਿਰਕਿਓਣ ਵਰਣਨ ਕਰਦੇ ਹਨ। ਜਾਂ ਦੁਨੀਆ ਦੀ ਹੱਦਾਬੰਦੀ ਤੋਂ ਉੱਚੇ ਤੁਰਿਆ ਪਾਦੀ ਪ੍ਰਾਪਤੀ ਵਾਲੇ ਬਚਨ ਵਰਣਨ ਕਰਦੇ ਹਨ। ਮਾਧਾਣਾ ਪਰਬਤ ਕਾਰ। ਇਹ ਸ੍ਰੀ ਗੁਰੂ ਨਾਨਕ ਦੇਵ ਤਾਂ ਉਹ ਸਰੂਪ ਹੈ ਜਿਸ ਨੇ ਸਮੀਰ ਪਰਬਤ ਦਾ ਮਧਾਣਾ ਬਣਾ ਕੇ ਨੇਤਰ ਬਾਸਕਾ। ਬਾਸ਼ਕ ਨਾਗ ਦਾ ਨੇਤਰਾ ਪਾ ਕੇ, ਨੇਤਰਾ ਰਸੇ ਨੂੰ ਕਹਿੰਦੇ ਨੇ ਜੋ ਮਧਾਣੀ ਨੂੰ ਘੁਮਾਉਂਦਾ ਹੈ।
ਸ਼ਬਦ ਰਿੜਕਿਓ ਨਾ ਸ਼ਬਦ ਸਮੁੰਦਰ ਨੂੰ ਰਿੜਕਣਾ ਕੀਤਾ ਸੀਗਾ। 14 ਰਤਨ ਨਿਕਾਲਿਆਨ ਔਰ ਉਸ ਸਮੁੰਦਰ ਨੂੰ ਰਿੜਕ ਕੇ 14 ਰਤਨਾਂ ਨੂੰ ਕੱਢਿਆ ਸੀ। ਘਰ ਆਵਾ ਗੌਣ ਚਲਕਿਓ ਨਾ ਫਿਰ ਉਹ ਰਤਨ ਆਵਾਗੌਣ ਸੰਸਾਰ ਦੇ ਵਿੱਚ ਚਿਲਕਿਉਣ ਪ੍ਰਕਾਸ਼ਨਾ ਕੀਤੇ ਸਨ। ਇਸੇ ਪ੍ਰਕਾਰ ਮਾਧਾਣਾ ਪਰਬਤ ਕਰ ਸਤਿਗੁਰਾਂ ਨੇ ਨਿਸ਼ਚੇ ਰੂਪ ਸਮੀਰ ਪਰਬਤ ਦਾ ਮਧਾਣਾ ਬਣਾ ਕਰਕੇ ਅਤੇ ਨੇਤਰ ਬਾਸਕਾ ਪ੍ਰੇਮ ਰੂਪ ਬਾਸ਼ਕ ਨਾਗ ਨੂੰ ਨੇਤਰਾ ਪਾ ਕੇ ਸ਼ਬਦ ਰਿੜਕਿਓ ਨਾ ਵੇਦ ਰੂਪ ਸਮੁੰਦਰ ਨੂੰ ਰਿੜਕਿਆ ਹੈ, ਜਿਸ ਵਿੱਚੋਂ ਸੋ ਮਹਾਰਾਜ ਕਹਿੰਦੇ ਨੇ 14 ਰਤਨ ਨਿਕਾਲਿਆਨ 14 ਰਤਨਾਂ ਨੂੰ ਕੱਢ ਕੇ ਸੰਸਾਰ ਨੂੰ ਆਵਾਗਾਉਣ ਆਉਣ ਜਾਣ ਵਾਲਾ ਭਾਵ ਮਿਥਿਆ ਰੂਪ ਦਿਖਾ ਦਿੱਤਾ ਹੈ। ਘਰ ਆਵਾ ਗੌਣ ਚਲਕਿਓ ਨਾ ਆਉਣ ਜਾਣ ਵਾਲੇ ਸੰਸਾਰ ਵਿੱਚ ਗੁਰਾਂ ਨੇ ਆਪਣੇ ਸਰੂਪ ਦੇ ਗਿਆਨ ਦਾ ਚਮਤਕਾਰ ਕੀਤਾ ਹੈ ਜਾਂ ਚੇਤਨ ਸਰੂਪ ਦਾ ਪ੍ਰਕਾਸ਼ ਕਰ ਦਿੱਤਾ ਹੈ। ਪ੍ਰਤੱਖ 14 ਰਤਨ ਸਮੁੰਦਰ ਵਿੱਚੋਂ ਨਿਕਲੇ ਸੀ। ਸ੍ਰੀ ਮਨ ਰੰਭਾ ਬਾਰਣੀ ਤਨੁਕ ਤਨੰਤਰ ਬਾਜ ਕਾਮਦੇਨ ਸਸ ਕਲਪਤਰ ਸੰਖਮੀ ਗਜਰਾਜ ਵੇਖਤੇਨ ਸਸ ਕਲਪਤਰ ਸੰਖਮੀ ਗਜਰਾਜ। ਤੇ ਅੰਤਰੀਵ 14 ਰਤਨ ਕਿਹੜੇ ਹਨ? ਗੁਰੂ ਘਰ ਦੇ ਵਿੱਚ ਲక్ష్ਮੀ ਰੂਪ ਭਗਤੀ ਹੈ। ਜੋ ਪ੍ਰੇਮਾ ਭਗਤੀ ਹੈ ਇਹ ਲక్ష్ਮੀ ਵਿਸ਼ਨੂੰ ਦੀ ਘਰ ਵਾਲੀ, ਜਿਹਦੇ ਅੱਗੇ ਦੁਕਾਨਦਾਰ ਧੂਪ ਦਿਖਾਉਂਦੇ ਨੇ ਲక్ష్ਮੀ ਦੇਵੀ ਮਾਇਆ ਭਗਤੀ ਰੂਪ ਮਾਇਆ ਹੈ। ਆਤਮਾ ਵਿਚਾਰ ਮਣੀ ਜੋ ਆਤਮਾ ਦੀ ਵਿਚਾਰ ਕਰਨੀ ਹੈ ਕੌਸਤਕ ਮਣੀ ਹੈ। ਰੰਭਾ ਪਰਮੇਸ਼ਰ ਕੀ ਕੀਰਤੀ ਵਿਚਾਰ ਹੈ। ਜੋ ਪਰਮਾਤਮਾ ਦੀ ਕੀਰਤਨ ਭਗਤੀ ਕਥਾ ਕੀਰਤਨ ਕਰਨਾ ਇਹ ਰੰਭਾ ਨਾਮੀ ਅਪਸ਼ਰਾ ਹੈ। ਪ੍ਰੇਮ ਰੂਪ ਮਦਰਾ ਪ੍ਰੇਮ ਦੀ ਸ਼ਰਾਬ ਹੈ। ਨਾਮ ਜਪ ਅੰਮ੍ਰਿਤ ਜੋ ਨਾਮ ਜਪਣਾ ਇਹ ਅੰਮ੍ਰਿਤ ਪੀਣਾ ਹੈ। ਰਾਗ ਕਾ ਅਲਾਪਣਾ ਸੰਖ ਕਾ ਆਕਾਰ ਹੈ। ਜੋ ਰਾਗਾਂ ਵਿੱਚ ਕੀਰਤਨ ਕਰਨਾ ਉੱਚੀ ਉੱਚੀ ਬੋਲ ਕੇ ਕਲਾਸੀਕਲ ਅਲਾਪਚਾਰੀ ਇਹ ਸੰਖ ਦਾ ਪੂਰਨਾ ਹੈ। ਵੈਰਾਗ ਰੂਪ ਹਸਤੀ ਵੈਰਾਗ ਰੂਪ ਹਾਥੀ ਹੈ। ਸੰਗਤ ਕਲਪ ਬ੍ਰਿਕਸ਼ ਸੰਗਤ ਰੂਪ ਕਲਪ ਬ੍ਰਿਕਸ਼ ਹੈ। ਸ਼ਾਂਤੀ ਕਾਮਦੇਨ ਸਤਿਗੁਰ ਵੈਦਿ ਰਾਜ ਹੈ। ਸ਼ਾਂਤੀ ਰੂਪ ਕਾਮਦੇਨ ਗਾਂ ਹੈ ਤੇ ਸਤਿਗੁਰੂ ਵੈਦ ਰਾਜ ਦੀ ਤਰ੍ਹਾਂ ਹੈ। ਜੋ ਧਨੰਤਰ ਵੈਦ ਵਿੱਚੋਂ ਨਿਕਲਿਆ ਸੀ। ਸੋ ਦਾਨ ਰੂਪ ਚੰਦਰਮਾ ਸੱਚ ਬੋਲ ਧਨੁਕ ਦਾਨ ਰੂਪ ਚੰਦਰਮਾ ਹੈ। ਜਿਹੜਾ ਸੱਚ ਦਾ ਬੋਲਣਾ ਹੈ ਇਹ ਧਨੁਕ ਹੈ। ਬੋਲੀਏ ਸੱਚ ਧਰਮ ਮਤਲਬ ਜਿਹੜਾ ਸੱਚ ਬੋਲਣਾ ਇਹ ਧਰਮ ਹੈ। ਜਾਂ ਸੱਚ ਬੋਲਣ ਦਾ ਧਨੁਕ ਕਹਿ ਲਓ ਜਾਂ ਧਰਮ ਰੂਪੀ ਧਨੁਕ ਕਹਿ ਲਓ। ਸੰਤਾ ਕੀ ਨਿੰਦਾ ਵੇਖ ਸੰਤਾ ਮਹਾਂਪੁਰਖਾਂ ਨਾਮ ਅਭਿਆਸੀਆਂ ਦੀ ਨਿੰਦਿਆ ਇੱਕ ਜ਼ਹਿਰ ਹੈ। ਗਿਆਨ ਰੂਪ ਬਾਜ ਹੈ। ਗਿਆਨ ਰੂਪੀ ਘੋੜਾ ਹੈ। ਇਹ ਪ੍ਰਤੱਖ 14 ਰਤਨ ਗੁਰੂ ਘਰ ਵਿੱਚੋਂ ਨਿਕਲੇ। ਜਾਂ ਮਹਾਰਾਜ ਫੁਰਮਾਨ ਕਰਦੇ ਨੇ 14 ਰਤਨ ਇਹ ਗੁਣ ਜਾਂ ਸਾਧਨ ਗੁਰਾਂ ਨੇ ਜਿਸ ਦੇ ਹਿਰਦੇ ਵਿੱਚ ਪ੍ਰਕਾਸ਼ਨਾ ਕੀਤੇ ਨੇ ਉਹਨੇ ਸੰਸਾਰ ਨੂੰ ਆਉਣ ਜਾਣ ਵਾਲਾ ਨਿਸ਼ਚੈ ਕੀਤਾ ਹੈ। ਕੁਦਰਤ ਹੈ ਵੇਖਾਲੀਆਨਾ ਪਰਮੇਸ਼ਰ ਸਰੂਪ ਗੁਰਾਂ ਨੇ ਇਹੋ ਜਿਹੀ ਅਚਰਜ ਸ਼ਕਤੀ ਦਿਖਾਉਣਾ ਕੀਤੀ ਹੈ।
ਮਹਾਰਾਜ ਸਾਹਿਬ ਜੀ ਦੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੋਤ ਵਿੱਚ ਸਮਾ ਗਈ। ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ। ਆਪੇ ਆਪੈ ਸੇਤੀ ਮਿਕਿਓ ਨ। ਜਿਵੇਂ ਆਪ ਜਲ ਸੇਤੀ ਨਾਲ ਆਪੇ ਜਲ ਮਿੱਕੀ ਹੁਣ ਮਿਲ ਜਾਂਦਾ ਹੈ, ਇਉਂ ਜਿਉਂ ਜਲ ਮੈਂ ਜਲਾਈ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰ ਬਾਣ। ਆਪ ਆਪਣੇ ਸਰੂਪ ਦੇ ਵਿੱਚ ਭਾਵ ਤਤਪਾਦੀ ਲੱਖਰਤ ਰੂਪ ਤੇ ਤਵੰਗਬਾਦੀ ਲੱਖਰਤ ਰੂਪ ਦੇ ਨਾਲ ਇੱਕਮਿਕ ਹੋ ਕੇ ਮਿਲ ਗਏ। ਸਿੱਖਾਂ ਪੁੱਤਰਾਂ ਕੋਖ ਕੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਅਤੇ ਪੁੱਤਰਾਂ ਦੀ ਪਰਖਣਾ ਕਰਨ ਰੂਪ ਖੋਜ ਕੇ ਵਿਚਾਰ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਸਭ ਮਤ ਵੇਖੋ ਜੇ ਕਿਓ ਨ। ਸਾਰੀ ਉਮਤ ਸ੍ਰਿਸ਼ਟੀ ਦੇਖਦੀ ਹੈ ਕਿ ਜਿਹੜਾ ਕੁਝ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਉਂ ਕੀਤਾ ਹੈ, ਮਤਲਬ ਭੋਰੇ ਦੇ ਅੰਦਰ ਵੜ ਕੇ ਨਹੀਂ ਕੀਤਾ, ਸਾਰਿਆਂ ਨੂੰ ਸਾਹਮਣੇ ਦਿਖਾਇਆ ਹੈ। ਕਹਿਣਾ ਜੀ ਅਰਥਾਤ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਉੱਪਰ ਟਿਕਾਉਣਾ ਕੀਤਾ, ਅਸਥਿਤ ਕੀਤਾ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ ਹੋਏ ਹਨ, ਅਕਾਲ ਪੁਰਖ ਦਾ ਅਵਤਾਰ ਹੋਏ ਨੇ। ਉਹਨਾਂ ਨੇ ਹੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਸਰੂਪ ਧਾਰਿਆ। ਗੁਰੂ ਨਾਨਕ ਗੁਰ ਅੰਗ ਤੇ ਮਤਲਬ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇਹ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ। ਇਸ ਭਾਵਨਾ ਨੂੰ ਲੈ ਕੇ ਆਪਾਂ ਨੇ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨਾ। ਸੋ ਆਪ ਆਗਾਂ ਵਾਲੀਆਂ ਰੂਹਾਂ ਜੋ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠ ਕੇ ਪਹਿਲਾਂ ਸਾਦੀ ਵਾਰ ਸੁਣੀਏ। ਹੁਣ ਆਓ ਬੜੇ ਹੀ ਪਿਆਰ ਸਤਿਕਾਰ ਨਾਲ ਲੜੀਵਾਰ ਕਥਾ ਜੋ ਗੁਰਬਾਣੀ ਦੀ ਭਗਤ ਬਾਣੀ ਵਿੱਚ ਪ੍ਰਾਰੰਭ ਹੈ, ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵੇਦ ਪੁਰਾਨ ਸ਼ਾਸਤਰ ਅਨੰਤਾ। ਧੰਨ ਭਗਤ ਨਾਮਦੇਵ ਸਾਹਿਬ ਜੀ ਦੀ ਗੁਰਬਾਣੀ ਚੱਲ ਰਹੀ ਹੈ। ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਵੇਦ ਪੁਰਾਣ ਸ਼ਾਸਤਰ ਆਨੰਦ ਜੋ ਚਾਰ ਵੇਦ ਹਨ ਤੇ 6 ਸ਼ਾਸਤਰ ਨੇ। ਚਾਰ ਵੇਦ 6 ਸ਼ਾਸਤਰ 18 ਪੁਰਾਣ ਅਨੰਤਾ ਬੇਅੰਤ ਜਾਂ ਅੰਤ ਤੋਂ ਰਹਿਤ ਜਿਹੜੇ ਸ਼ਾਸਤਰ ਨੇ, ਜਾਂ ਅਨੰਤ ਪ੍ਰਕਾਰ ਦੇ ਵਿਸ਼ਨੂੰ ਦੀ ਅਵਤਾਰਾਂ ਦੇ ਕੌਤਕ ਕਥਨ ਕਰਨ ਵਾਲੇ ਸ਼ਾਸਤਰ ਨੇ, ਜਾਂ ਜੋ ਅਨੰਤ ਪ੍ਰਕਾਰ ਦੇ ਜਗਤ ਦੀ ਰਚਨਾ ਨੂੰ ਕਥਨ ਕਰਨ ਵਾਲੇ ਸ਼ਾਸਤਰ ਨੇ। ਇਹ ਤਾਂ ਭਗਤ ਨਾਮਦੇਵ ਜੀ ਸ਼ਾਸਤਰਾਂ ਵੇਦਾਂ ਤੇ ਪੁਰਾਣਾਂ ਦਾ ਨਾਮ ਲੈ ਰਹੇ ਨੇ, ਕਿਉਂਕਿ ਭਗਤ ਨਾਮਦੇਵ ਜੀ ਨੂੰ ਇੱਕ ਕਰਮਕਾਂਡੀ ਪੁਰਖ ਨੇ ਆ ਕੇ ਘੇਰਿਆ। ਕਹਿਣ ਲੱਗਾ ਕਿ ਨਾਮਦੇਵ ਤੂੰ ਗੱਲਾਂ ਤਾਂ ਬਹੁਤੀਆਂ ਕਰਦਾ ਹੈ ਤੇ ਪਰ ਕੋਈ ਪੂਜਾ ਤੇ ਕਿਰਿਆ ਕਰਮ ਤਾਂ ਤੂੰ ਕਰਦਾ ਨਹੀਂ। ਇੰਨੀ ਦੁਨੀਆ ਤੈਨੂੰ ਭਗਤ ਕਹਿੰਦੀ ਹੈ, ਤੂੰ ਕੋਈ ਮਾੜਾ ਮੋਟਾ ਪੂਜਾ ਕਿਰਿਆ ਕਰਮ ਜੋ ਵੇਦਾਂ ਸ਼ਾਸਤਰਾਂ 'ਚ ਲਿਖਿਆ ਹੋਇਆ ਕਰਿਆ ਕਰ। ਤਾਂ ਸੁਣ ਕੇ ਭਗਤ ਨਾਮਦੇਵ ਜੀ ਉਹਨਾਂ ਕਰਮਕਾਂਡੀ ਪੁਰਖ ਦੇ ਬਾਬਤ ਜਾਂ ਸਾਰੇ ਕਰਮਕਾਂਡੀਆਂ ਬਾਬਤ ਉਪਦੇਸ਼ ਬਖਸ਼ਦੇ ਨੇ ਕਿ ਮੈਂ ਤਾਂ ਭਾਈ ਸੰਸਾਰ ਤੋਂ ਵੈਰਾਗਮਨ ਹੋ ਕੇ ਪਰਮੇਸ਼ਰ ਨੂੰ ਹੀ ਗਾਉਂਦਾ। ਜਿੰਨੇ ਵੀ ਆਜ ਵੇਦ ਨੇ, ਪੁਰਾਣ ਨੇ, ਸ਼ਾਸਤਰ ਨੇ ਤੇ ਜੋ ਵੀ ਇਹ ਕਰਮਕਾਂਡਾਂ ਵਾਲੇ ਗ੍ਰੰਥ ਹਨ, ਗੀਤ ਕਵਿਤਾ ਨਾ ਗਾਵਾਂਗੋ। ਗੀਤ ਅਤੇ ਕਵਿਤ
ਪਿੰਗਲ ਗ੍ਰੰਥ ਦੇ ਅਨੁਸਾਰ ਕਵਿਤਾਦਿਕ ਛੰਦ ਜਾਂ ਗੀਤ ਬਿਸ਼ਨਪਦੀ ਆਦਿ ਤੇ ਕਵੀਆਂ ਦੀਆਂ ਕਵਿਤਾਵਾਂ ਨੇ ਉਹ ਨਹੀਂ ਮੈਂ ਗਾਵਾਂਗਾ। ਮਤਲਬ ਕੱਚੀ ਬਾਣੀ ਨਹੀਂ ਪੜਾਂਗਾ। ਕੱਚੇ ਪਿੱਲਿਆਂ ਦੀ ਉਚਾਰੀ ਬਾਣੀ ਵੀ ਕੱਚੀ ਹੁੰਦੀ ਹੈ, ਸਮਾਂ ਬਰਬਾਦ ਹੁੰਦਾ। ਮੈਂ ਕਵਿਤਾ ਨਹੀਂ ਪੜ੍ਹਦਾ ਹਾਂ। ਅਖੰਡ ਮੰਡਲ ਨਿਰੰਕਾਰ ਮਹਿ, ਜੋ ਅਖੰਡ ਚੇਤਨ ਖੰਡਨ ਤੋਂ ਰਹਿਤ ਇੱਕ ਰਸ ਮੰਡਲ ਗੋਲਾਕਾਰ ਘੇਰੇ ਵਿੱਚ ਜਾਂ ਮੰਡਲ ਸਮੂਹ ਜੀਵਾਂ ਦੇ ਅੰਦਰ ਪਰਿਪੂਰਨ ਨਿਰੰਕਾਰ ਪਰਮੇਸ਼ਰ ਹੈ। ਅਨਹਦ ਬੇਨ ਬਜਾਵੋਗੋ, ਮੈਂ ਉਹਦੇ ਵਿੱਚ ਹੱਦ ਤੋਂ ਰਹਿਤ ਜਾਂ ਇੱਕ ਰਸ ਬ੍ਰਹਮਾਕਾਰ ਬਿਰਤੀ ਕਰਕੇ ਸੁੰਦਰ ਨਾਮ ਰੂਪੀ ਬੀਣਾ ਬੰਸਰੀ ਵਜਾਵਾਂਗਾ। ਬੈਰਾਗੀ ਰਾਮ ਹੈ ਗਾਵੋਗੋ, ਇੰਜ ਮੈਂ ਵੈਰਾਗਵਾਨ ਹੋ ਕੇ ਪਰਮੇਸ਼ਰ ਦੇ ਜਸ ਨੂੰ ਗਾਵਾਂਗਾ। ਭਾਵ ਕਰਮ ਕਾਂਡ ਵਿੱਚ ਲੱਗਣ ਦੀ ਥਾਂ ਮੈਂ ਪਰਮੇਸ਼ਰ ਦਾ ਜਸ ਉਚਾਰਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਾਂਗਾ। ਸ਼ਬਦ ਅਤੀਤਾ ਅਨਾਹਦ ਰਾਤਾ, ਜੋ ਸ਼ਬਦ ਸੰਸਾਰ ਤੋਂ ਅਤੀਤ ਅਸੰਗ ਬ੍ਰਹਮ ਹੈ ਜਾਂ ਜੋ ਤਿੰਨਾਂ ਗੁਣਾਂ ਤੋਂ ਅਤੀਤ ਅੰਦਰਲੇ ਬ੍ਰਹਮ ਹੈ, ਉਹਦੇ ਵਿੱਚ ਅਨਾਹਦ ਇੱਕ ਰਸ ਮੇਰਾ ਚਿੱਤ ਰਾਤਾ ਰੰਗਿਆ ਹੋਇਆ ਹੈ। ਕੁਲ ਕੈ ਕਰ ਜਾਓਗੋ, ਅੰਤ ਨੂੰ ਮੈਂ ਕੁਲਾਂ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਜਾਵਾਂਗਾ। ਰਹਾਉ ਵਿਸ਼ਰਾਮ ਦੇ ਘਰ ਫਰਮਾਨ ਕਰਦੇ ਨੇ, ਜਿਸ ਤਰ੍ਹਾਂ ਦਾ ਵੇਖੀਏ, ਜਿਸ ਤਰ੍ਹਾਂ ਦਾ ਪੜ੍ਹੀਏ, ਜਿਸ ਤਰ੍ਹਾਂ ਦਾ ਸੁਣੀਏ, ਉਸੇ ਤਰ੍ਹਾਂ ਦਾ ਹੀ ਮਨ ਉੱਪਰ ਅਸਰ ਹੋ ਜਾਂਦਾ। ਮੈਂ ਸਿਨੇਮੇ ਦੇ ਅੰਦਰ ਸਕਰੀਨ ਦੇ ਅੱਗੇ ਵੀ ਬੈਠ ਕੇ ਵੇਖਿਆ। ਕਈ ਕਹਿੰਦੇ ਜੀ ਧਾਰਮਿਕ ਫਿਲਮ, ਉਹੀ ਫਿਰ ਸੁਪਨੇ 'ਚ ਘੁੰਮਦੀ ਰਹਿੰਦੀ ਹੈ। ਹੁਣ ਤੁਸੀਂ ਗੁਟਕਾ ਫੜਿਆ, ਅੰਮ੍ਰਿਤ ਵੇਲੇ ਦੀ ਕਿਉਂ ਵਿਸ਼ੇਸ਼ਤਾ ਹੈ ਕਿ ਜੋ ਕੁਝ ਤੁਸੀਂ ਰਾਤ ਨੂੰ ਜਾਂ ਕੱਲ੍ਹ ਨੂੰ ਵੇਖਿਆ ਸੀ ਤੁਹਾਨੂੰ ਭੁੱਲਿਆ ਹੋਇਆ, ਬਸ ਗੁਟਕੇ ਦੇ ਅੱਖਰ ਦਿਖ ਰਹੇ ਨੇ। ਅਤੇ ਜੇ ਤੁਸੀਂ ਸਿਨੇਮੇ ਦੀ ਸਕਰੀਨ ਅੱਗੇ ਬੈਠ ਕੇ ਗੁਟਕਾ ਫੜ ਕੇ ਵੇਖੋ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਡਾ ਬਾਣੀ ਛੇਤੀ ਨਹੀਂ ਜੁੜੂਗਾ। ਗੁਰਦੁਆਰੇ ਆ ਕੇ ਆਪਾਂ ਕਿਉਂ ਫੜਦੇ ਹਾਂ? ਸਿਨੇਮੇ ਘਰ 'ਚ ਬੰਦਾ ਫੜ ਕੇ ਦੇਖੇ, ਮਤਲਬ ਅੱਗੇ ਤਾਂ ਕੁਝ ਹੋਰ ਚੱਲ ਰਿਹਾ, ਜੋ ਕੁਝ ਦੇਖ ਰਹੇ ਹਾਂ ਉਹ ਮਨ ਦੇ ਉੱਪਰ ਉਹੀ ਅਸਰ ਕਰੂਗਾ। ਜੋ ਆਪਾਂ ਰੌਲੇ ਰੱਪੇ 'ਚ, ਨਿੰਦਿਆ ਚੁਗਲੀ 'ਚ, ਰਾਗ ਰੰਗ 'ਚ ਮਸਤੀਆਂ ਮਾਰਦੇ ਹਾਂ, ਤਾਈਓ ਬਾਣੀ ਚਿੱਤ ਨਹੀਂ ਜੁੜਦਾ। ਬਾਣੀ ਚਿੱਤ ਜੋੜਨ ਲਈ ਸਾਨੂੰ ਗੁਰਦੁਆਰੇ ਕਿਉਂ ਆਉਣਾ ਪੈਂਦਾ ਕਿ ਆਪਾਂ ਚੰਗਾ ਦੇਖੀਏ। ਇੱਥੇ ਸਭਨਾਂ ਨੇ ਜਿੰਨੀ ਮਰਜ਼ੀ ਸੰਗਤ ਹੋਵੇ ਚੁੱਪਚਾਪ ਆਉਣਾ, ਚੁੱਪਚਾਪ ਚਲੇ ਜਾਣਾ, ਅਤੇ ਗੁਰੂ ਦੀ ਬਾਣੀ ਹੀ ਚੱਲਦੀ ਆਪ ਨੂੰ ਸੁਣਨੀ ਹੈ। ਜੋ ਕੁਝ ਦੇਖੋਗੇ ਗੁਰੂ ਸਾਹਿਬ ਨੂੰ ਦੇਖੋਗੇ, ਜੁੜੀ ਹੋਈ ਸੰਗਤ ਦੇਖੋਗੇ। ਮਤਲਬ ਅੱਖਾਂ ਦੇ ਰਾਹੀਂ ਵੀ ਸੰਸਕਾਰ ਸਾਡੇ ਢਿੱਡ 'ਚ ਜਾਂਦੇ ਨੇ, ਮਨ ਉੱਪਰ ਅਸਰ ਕਰਦੇ ਨੇ। ਜੋ ਕੰਨਾਂ ਦੇ ਛੇਕ ਨੇ, ਇਹਨਾਂ ਰਾਹੀਂ ਜੋ ਕੁਝ ਸੁਣਦੇ ਆ ਉਹ ਵੀ ਅੰਦਰ ਵੜਦਾ ਹੈ। ਤੋ ਮਨ ਟਿਕਾਉਣ ਦੇ ਵਾਸਤੇ ਵਾਤਾਵਰਨ ਸ਼ੁੱਧ ਹੋਣਾ ਚਾਹੀਦਾ ਹੈ। ਜੇ ਤੁਸੀਂ ਕੱਚੀ ਪਿੱਲੀ ਕਵਿਤਾ ਪੜ੍ਹੋਗੇ, ਗੀਤ ਗਾਣੇ ਜਾਂ ਹੋਰ ਨਾ ਕਰਮ ਕਾਂਡਾਂ ਵਿੱਚ ਲੱਗੋਗੇ, ਤੁਹਾਡਾ ਚਿੱਤ ਨਾਮ ਦੇ ਵਿੱਚ ਜੁੜੂਗਾ ਨਹੀਂ। ਨਾਮ ਜਪਣ ਵਾਸਤੇ ਸੱਚੇ ਸੁੱਚੇ ਬੰਦਿਆਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਯਾਨੀ ਕਿ ਸੰਤਾਂ ਦੀ ਸੰਗਤ, ਸੰਤਾਂ ਨੂੰ ਵੇਖਣਾ ਚਾਹੀਦਾ ਜਿਨ੍ਹਾਂ ਨੇ ਚੰਗਾ ਬੋਲਣਾ ਅਤੇ ਚੰਗਾ ਹੀ ਵਿਚਾਰ ਦੇਣਾ, ਅਤੇ ਕੰਨਾਂ ਦੇ ਰਾਹੀਂ ਉਹਨਾਂ ਦੇ ਚੰਗੇ ਬਚਨ ਸੁਣਨ ਦੀ ਲੋੜ। ਇਸ ਲਈ ਸਭ ਤੋਂ ਉੱਤਮ ਗੁਰੂ ਦੀ ਬਾਣੀ ਹੈ। ਵਿਹਲਾ ਟਾਈਮ ਹੋਵੇ, ਇੱਕ ਸਹਿਜ ਪਾਠ ਰੱਖ ਛੱਡੋ, ਭੋਗ ਜਦੋਂ ਮਰਜ਼ੀ ਪਏ, ਅਤੇ ਭਾਵੇਂ ਘਰ ਬੈਠੇ ਸੈਂਚੀਆਂ ਤੋਂ ਪੜ੍ਹਦੇ ਰਹੋ। ਇਉਂ ਸੱਚੀ ਗੁਰਬਾਣੀ ਨੂੰ ਪੜ੍ਹਨ ਤੋਂ ਸੱਚੇ 'ਚ ਚਿੱਤ ਜੁੜੂਗਾ। ਨਾਮਦੇਵ ਜੀ ਕਹਿੰਦੇ ਨੇ, ਇਸ ਲਈ ਮੈਂ ਤਾਂ ਭਾਈ ਕਿਸੇ ਹੋਰ ਗ੍ਰੰਥ ਨੂੰ ਪੜ੍ਹਦਾ ਸੁਣਦਾ ਵਾਚਦਾ ਹੀ ਨਹੀਂ ਹਾਂ, ਅਤੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦਾ, ਰੱਬ ਦਾ ਨਾਮ ਜਪਦਾ। ਸਾਧ ਸੰਗਤ ਜੀਓ, ਜੇ ਤੁਸੀਂ ਓਮ ਨਮੋ ਭਗਤ ਵਾਸਦੇਵ ਜਾਂ ਓਮ ਨਮੋ ਵਾਸਦੇਵ
ਨਮः ਇਹ ਵਿਸ਼ਨੂੰ ਜੀ ਦਾ ਮੰਤਰ ਹੈ। ਜੇ ਤੁਸੀਂ ਇਸ ਦਾ ਜਾਪ ਕਰੋਗੇ, ਇਹਦਾ ਜਾਪ ਜਪਣ ਦੇ ਨਾਲ ਤੁਸੀਂ ਸੱਚਖੰਡ ਦੇ ਦਰਸ਼ਨ ਨਹੀਂ ਕਰ ਪਾਓਗੇ, ਕਿਉਂਕਿ ਜਿਹੜਾ ਸ਼ਬਦ ਹੈ ਮੰਤਰ ਹੈ ਵਿਸ਼ਨੂੰ ਦਾ ਹੈ, ਤੇ ਵਿਸ਼ਨੂੰ ਦਾ ਵਿਚਾਰਾ ਆਪ ਸੱਚਖੰਡ ਨੂੰ ਲੱਭਦਾ ਹੈ, ਉਹਨੂੰ ਪਤਾ ਹੀ ਨਹੀਂ ਸੱਚਖੰਡ ਕਿੱਥੇ ਹੈ। ਉਹ ਬੈਕੁੰਠ ਦਾ ਵਾਸੀ ਹੈ, ਤੁਹਾਨੂੰ ਦਰਸ਼ਨ ਦੇਊਗਾ, ਵੱਧ ਤੋਂ ਵੱਧ ਤੁਹਾਨੂੰ ਬੈਕੁੰਠ 'ਚ ਲਿਜਾ ਸਕਦਾ, ਪਰ ਸੱਚਖੰਡ ਨਹੀਂ ਪਹੁੰਚਾ ਸਕਦਾ। ਜੇ ਤੁਸੀਂ ਬ੍ਰਹਮਾ ਦਾ ਜਾਪ ਜਪੋਗੇ ਤੇ ਬ੍ਰਹਮ ਲੋਕ ਦੇ ਵਿੱਚ ਪਹੁੰਚੋਗੇ। ਜੇ ਤੁਸੀਂ ਓਮ ਨਮः ਸ਼ਿਵਾਏ ਸ਼ਿਵ ਜੀ ਦਾ ਜਾਪ ਜਪੋਗੇ, ਸ਼ਿਵ ਜੀ ਆਪਦੀ ਪੂਰੀ 'ਚ ਲੈ ਜਾਊਗਾ, ਉਹ ਮੁਕਤ ਨਹੀਂ ਕਰ ਸਕਦਾ। ਸੱਚਖੰਡ ਦੇ ਦਰਸ਼ਨ ਤੁਹਾਨੂੰ ਕੋਈ ਮੰਤਰ ਨਹੀਂ ਕਰਾ ਸਕਦਾ, ਕਿਹੜਾ ਮਰਜ਼ੀ ਪੜੋ। ਠੀਕ ਹੈ, ਸਭ ਧਰਮ ਏਕ ਨੇ ਤੇ ਸਾਰੇ ਰੱਬ ਦਾ ਨਾਮ ਜਪਾਉਂਦੇ ਨੇ, ਪਰ ਅਸਲ 'ਚ ਰੱਬ ਦਾ ਨਾਮ ਜਪਾਉਣ ਵਾਲਾ ਇੱਕੋ ਗੁਰੂ ਨਾਨਕ ਸਾਹਿਬ ਦੁਨੀਆ 'ਚ ਹੋਇਆ। ਬਾਕੀ ਸਭਨਾਂ ਨੇ, ਜੇ ਵਿਸ਼ਨੂੰ ਦੇ ਅਵਤਾਰ ਹੋਏ ਉਹਨੇ ਆਪ ਦਾ ਨਾਮ ਜਪਾਇਆ, ਜੇ ਬ੍ਰਹਮਾ ਦੇ ਹੋਏ ਉਹਨੇ ਆਪ ਦੇ ਮਗਰ ਲਾਇਆ, ਜੇ ਸ਼ਿਵ ਜੀ ਤਾਂ ਉਹਨੇ ਆਪ ਦੀ ਪੂਜਾ ਸਿਖਾਈ ਹੈ। ਸਭਨਾਂ ਨੇ ਆਪੋ ਆਪਣੇ ਮੰਤਰ ਦ੍ਰਿੜ ਕਰਾਏ ਨੇ। ਕੋਈ ਰਾਧਾ ਸੁਆਮੀ ਜਪਦਾ, ਕੋਈ ਰਾਧੇ ਕ੍ਰਿਸ਼ਨਾ ਜਪਦਾ, ਕੋਈ ਸੀਤਾ ਰਾਮ ਜਪਦਾ। ਰੱਬ ਦਾ ਨਾਮ ਦੱਸੋ ਇਹਦੇ 'ਚ ਕਿਹੜਾ ਹੈ? ਜੇ ਮੈਂ ਗਲਤ ਬੋਲਾਂ ਜਾਂ ਝੂਠ ਬੋਲਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਕੋਈ ਰੱਬ ਦਾ ਨਾਮ ਦੱਸੋ। ਰੱਬ ਦਾ ਨਾਮ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਾਇਆ, ਸਤਿਨਾਮ ਵਾਹਿਗੁਰੂ। ਕਿਤੇ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਆਖਿਆ ਹੋਵੇ ਵੀ ਗੋਬਿੰਦ ਗੋਬਿੰਦ ਜਪੋ, ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਵੀ ਨਾਨਕ ਨਾਨਕ ਜਪੋ? ਬਿਲਕੁਲ ਨਹੀਂ। ਜਿਸ ਤਰ੍ਹਾਂ ਸੀਤਾ ਰਾਮ ਸੁਲੱਖਣੀ ਨਾਨਕ ਥੋੜ੍ਹੋ ਜਪਾਇਆ। ਰਾਧਾ ਸੁਆਮੀ, ਰਾਧਾ ਬੀਬੀ ਦਾ ਨਾਮ ਹੈ, ਸੁਆਮੀ ਉਹਦਾ ਮਾਲਕ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਅਜੀਤ ਕੌਰ ਗੋਬਿੰਦ ਥੋੜ੍ਹੋ ਜਪਾਇਆ। ਸਾਹਿਬ ਦੇਵਾਂ ਕੌਰ ਜਾਂ ਗੋਬਿੰਦ, ਸਾਡੀ ਮਾਤਾ ਦਾ ਸਾਹਿਬ ਦੇਵਾਂ ਤੇ ਪਿਤਾ ਗੁਰੂ ਗੋਬਿੰਦ ਸਿੰਘ, ਇਹੀ ਸਾਡੇ ਗੁਰੂ ਮਾਤਾ ਗੁਰੂ ਪਿਤਾ ਨੇ, ਉਹਨਾਂ ਆਪ ਦਾ ਨਾਮ ਨਹੀਂ ਜਪਾਇਆ। ਨਿਰੰਕਾਰ ਦਾ ਨਾਮ ਜਪਾਇਆ ਗੁਰੂ ਗੋਬਿੰਦ ਸਿੰਘ ਨੇ, ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਛਕਾ ਕੇ ਮੂਲ ਮੰਤਰ ਗੁਰ ਮੰਤਰ ਦਿੱਤਾ। ਤੋ ਇਹ ਜਿਹੜਾ ਰੱਬ ਦਾ ਨਾਮ ਹੈ ਰੱਬ ਦੇ ਘਰ ਤੋਂ ਆਇਆ ਹੈ। ਜਿੰਨੀ ਵੀ ਬਾਣੀ ਹੈ ਤੇ ਮਹਾਰਾਜ ਨੇ ਆਪਦੇ ਪਰਿਵਾਰ ਦਾ ਸਜਰਾ ਨਹੀਂ ਦਿੱਤਾ। ਕੋਈ ਜਿੰਨੇ ਜੰਗ ਯੁੱਧ ਉਹਨਾਂ ਦਾ ਕੋਈ ਵੇਰਵਾ ਨਹੀਂ ਲਿਖਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਦੀ ਬਾਣੀ ਨਹੀਂ 'ਚ ਦਰਜ ਕੀਤੀ, ਕਿਉਂਕਿ 10 ਮਗਰਾਂ 'ਚ ਬਚਿੱਤਰ ਨਾਟਕ ਹੈ। ਅਬ ਮੈਂ ਆਪਣੀ ਕਥਾ ਵਿਖਾਨੂੰ, ਉਹ 'ਚ ਸਾਹਿਬਾਂ ਨੇ ਆਪਦੀ ਕਥਾ ਲਿਖੀ, ਜੰਗਾਂ ਯੁੱਧਾਂ ਦਾ ਵਰਣਨ ਕੀਤਾ। ਮਹਾਰਾਜ ਨੇ ਸੋਚਿਆ ਵੀ ਧੁਰ ਕੀ ਬਾਣੀ ਹੈ, ਰੂਹ ਦੀ ਖੁਰਾਕ ਹੈ। ਤੋ ਇਸ ਲਈ ਉਹ ਜਿਹੜੇ ਚਰਿੱਤਰ ਸੀ ਉਹ ਵੱਖਰਾ ਗ੍ਰੰਥ 10 ਗ੍ਰੰਥ ਬਣਾਤਾ ਸਾਡੀ ਜਾਣਕਾਰੀ ਵਾਸਤੇ। ਤੇ ਧੁਰ ਕੀ ਬਾਣੀ ਦੇ ਵਿੱਚ ਧੁਰ ਕੀ ਬਾਣੀ ਨੂੰ ਦਰਜ ਕੀਤੀ, ਜਿਹੜੀ ਧੁਰ ਤੋਂ ਆਈ ਹੈ, ਜਿਹਨੇ ਆਤਮਾ ਦੀ ਕਲਿਆਣ ਕਰਨੀ ਹੈ। ਇਹ ਬਾਣੀ ਜੋ ਜੀਓ ਜਾਣੇ ਤੇ ਸੰਤ ਰਵੈ ਹਰਨਾਮਾ। ਤੁਸੀਂ ਕਰਮ ਕਾਂਡ ਕਰੋਗੇ, ਪੁੰਨ ਕਰੋਗੇ ਤਾਂ ਸਵਰਗਾਂ 'ਚ ਪਹੁੰਚ ਜਾਓਗੇ। 101 ਅਸਮੇਧ ਜਾਗਰਨ ਦਾ ਇਹ ਫਲ ਹੈ। ਤੀਰ ਤੀਰ ਦੇ ਫਾਸਲੇ ਤੇ ਤੀਰ ਛੱਡਣਾ, ਜਿੱਥੇ ਤੀਰ ਡਿੱਗਣਾ ਉੱਥੇ ਜਗ ਕਰਨਾ। ਜਿਹੜਾ ਕੁਰਕਸ਼ੇਤਰ ਦੇ ਮੈਦਾਨ ਵਿੱਚ ਉਹ ਮਹਾਭਾਰਤ ਦੇ ਯੁੱਧ ਤੋਂ ਬਾਅਦ ਕੀਤਾ ਇਹਨਾਂ ਨੇ। ਸਾਧ ਸੰਗਤ ਜੀਓ, ਉਹ ਕੈਰਵਾਂ ਦੇ ਪਾਂਡਵਾਂ ਦਾ ਜਦ ਯੁੱਧ ਹੋਇਆ ਤੇ ਪਾਂਡਵਾਂ ਨੇ ਪਾਪਾਂ ਦਾ ਭਾਰ ਉਤਾਰਨ ਲਈ ਵੀ ਕਤਲੇਆਮ ਬਹੁਤ ਹੋਇਆ। ਇਹਨਾਂ ਸਮੇਤ ਜਾ ਕੀਤਾ ਸੀ ਇਹੋ ਜਿਹੇ 101 ਕੀਤੇ ਜਾਣ ਤਾਂ ਸਵਰਗ ਦਾ ਰਾਜਾ ਇੰਦਰ ਬਣਦਾ। ਮਤਲਬ ਪੁੰਨਾਂ ਦਾ ਫਲ ਜਿਹੜਾ ਹੈ ਉਹ ਸਵਰਗ ਦੀ ਪ੍ਰਾਪਤੀ ਹੈ। ਤੇ ਕਿਸੇ ਵੀ ਦੇਵੀ ਦਾ ਨਾਮ ਜਪ ਲਓ, ਦੇਵੀ ਤੁਹਾਨੂੰ ਆਪ ਦੀ ਲੋਕ ਲੈ ਜਾਊਗੀ, ਆਪ ਦਾ ਰੂਪ ਬਣਾ ਦੇਊਗੀ। ਪੈਰੋਂ ਪੋਤ ਸੀਤਲਾ ਧਾਵੇ, ਕਰ ਬਾਹਣੋਂ ਸ਼ਾਰ ਉਡਾਵੇ। ਪਰ ਜੇ ਤੁਸੀਂ ਬਾਣੀ ਪੜੋਗੇ, ਰੱਬ ਦਾ ਨਾਮ ਜਪੋਗੇ ਤਾਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮੁਟਾਈ, ਤੁਹਾਡੀ ਬਿਰਤੀ ਜਿਉਂਦਿਆਂ ਹੀ ਉੱਪਰ ਨੂੰ ਚੜ੍ਹ ਜਾਊਗੀ। ਜਿੰਨੇ ਵੀ ਬਕੁੰਠ ਜਾਂ ਬ੍ਰਹਮਪੁਰੀ ਜਾਂ ਸ਼ਿਵਪੁਰੀ ਹੈ, शिवपुरी ब्रह्मेंद्रपुरी निश्चर को थाओ ना है। ब्रह्म ज्ञानी की बिरती इन्हों तो उपर तुरी अवस्था के चौथे पद विचरती है। सचखंड वसै निरंकार, जिस अवस्था च निरंकार का प्रकाश है वो अवस्था की जीवंदियां ही प्राप्ति हो जाती है। तो मरण तो बाद साध संगत जीओ, जिथों ये बाणी आई है, जिथों ये नाम आया है, उस स्थान दे ही
ਇਹ ਜਿਹੜਾ ਸੋ ਵਾਹਿਗੁਰੂ ਦਾ ਨਾਮ ਹੈ, ਧੁਰ ਕੀ ਬਾਣੀ ਹੈ, ਇਹ ਤੁਹਾਨੂੰ ਲੈ ਜਾਏਗੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਜਿਉਂਦਿਆਂ ਵੀ ਚਿੰਤਾ ਮੁਕਤ ਕਰਦੀ ਹੈ ਤੇ ਮਰਨ ਤੋਂ ਬਾਅਦ ਵੀ ਸੱਚਖੰਡ ਦੇ ਵਿੱਚ ਨਿਵਾਸ ਦਿਵਾਉਂਦੀ ਹੈ। ਇਸ ਲਈ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਜਿੰਨੇ ਦਾਨ ਨੇ ਦੁਨੀਆ ਦੇ, ਜਿੰਨੇ ਪੁੰਨ ਨੇ, ਸਭਨਾਂ ਤੋਂ ਉੱਪਰ ਵਾਹਿਗੁਰੂ ਦਾ ਨਾਮ ਕਿਉਂ ਹੈ? ਕਿਉਂਕਿ ਦਾਨ ਪੁੰਨ ਕਰਮ ਕਾਂਡ ਬੰਦੇ ਨੂੰ ਸੱਚਖੰਡ ਦੇ ਅੰਦਰ ਨਹੀਂ ਪ੍ਰਵੇਸ਼ ਕਰਾ ਸਕਦੇ। ਸੋ ਜਿਹੜੀ ਬਾਣੀ ਹੈ, ਜਿਹੜਾ ਵਾਹਿਗੁਰੂ ਨਾਮ ਹੈ, ਇਹ ਸੱਚਖੰਡ ਦੇ ਵਿੱਚ ਪੈਰ ਪਾਉਣ ਵਾਲਾ ਹੈ, ਸੱਚਖੰਡ ਦਾ ਵਾਸੀ ਬਣਾਉਣ ਵਾਲਾ। ਇਸ ਲਈ ਨਾਮਦੇਵ ਜੀ ਕਹਿੰਦੇ ਨੇ, ਮੈਂ ਤਾਂ ਆਕੁਲ ਕਹਿ ਕਰ ਜਾਊਂਗਾ। ਸੋ ਮੈਂ ਤਾਂ ਬ੍ਰਹਮ ਪਰਮੇਸ਼ਰ ਸਰੂਪ ਰੂਪੀ ਘਰ ਦੇ ਵਿੱਚ ਸੱਚਖੰਡ ਵਿੱਚ ਜਾਵਾਂਗਾ। ਸੰਤਨ ਦੋ ਰਾਧੇ ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਸੁਰਗ ਨਰਕ ਦੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਮੈਂ ਸਵਰਗਾ ਨਰਕਾਂ ਦੀ ਇੱਛਾ ਨਹੀਂ ਰੱਖਦਾ, ਕਿਸੇ ਪੁਰੀ ਦੀ ਇੱਛਾ ਨਹੀਂ ਰੱਖਦਾ। ਜਿਸ ਤਰ੍ਹਾਂ ਮਾਤਾ ਭਾਗ ਭਰੀ ਕਸ਼ਮੀਰ ਦੀ ਰਹਿਣ ਵਾਲੀ ਨੂੰ ਬ੍ਰਹਮਾ ਵੀ ਆਇਆ, ਵਿਸ਼ਨੂੰ ਵੀ ਆਇਆ, ਸ਼ਿਵ ਜੀ ਸਾਰਿਆਂ ਨੇ ਆਖਿਆ ਚੱਲ ਮਾਤਾ ਤੈਨੂੰ ਆਪਦੀ ਪੁਰੀ 'ਚ ਲੈ ਚਲੀਏ। ਕਹਿੰਦੇ ਨਾ ਵੀਰਾ, ਤੂੰ ਕੌਣ ਹੈ? ਮੈਂ ਨਹੀਂ ਤੈਨੂੰ ਪਹਿਚਾਣਦੀ। ਵੀ ਮੈਂ ਤਾਂ ਵੀਰਾ ਸਾਰੀ ਉਮਰ ਆਪਦੇ ਘਰ ਰਹੀ ਹਾਂ, ਬਗਾਨੇ ਬੰਦੇ ਨਾਲ ਮੈਂ ਕਿਉਂ ਤੁਰੂੰਗੀ ਭਲਾ? ਦੱਸ, ਜਿਹਨੂੰ ਮੈਂ ਜਾਣਦੀ ਨਹੀਂ, ਤੂੰ ਹੈ ਕੌਣ? ਮਾਤਾ ਮੈਂ ਵਿਸ਼ਨੂੰ ਹਾਂ। ਠੀਕ ਹੈ, ਤੂੰ ਹੋਏਗਾ ਆਪਦੇ ਘਰ ਹੋਏਗਾ, ਮੈਨੂੰ ਦੁਨੀਆ ਮੰਨਦੀ, ਮੈਂ ਨਹੀਂ ਵੀਰਾ ਤੇਰੇ ਨਾਲ ਜਾਣਾ, ਮੈਂ ਤੈਨੂੰ ਪਹਿਚਾਣਦੀ ਨਹੀਂ। ਮੈਂ ਜਿਉਂਦੇ ਜੀ ਜਾਤ ਸਾਤ ਰੱਖਿਆ, ਆਪਦਾ ਘਰ ਨਹੀਂ ਛੱਡਿਆ, ਮੈਂ ਕਿਉਂ ਤੇਰੇ ਨਾਲ ਜਾਊਂਗੀ? ਕਹਿੰਦੇ ਮਾਤਾ ਤੇਰੀ ਉਮਰ ਪੂਰੀ ਹੋ ਗਈ ਹੈ, ਤੇ ਜਦ ਬੰਦਾ ਸਰੀਰ ਛੱਡੇ ਉਹਨੂੰ ਉੱਪਰ ਜਾਣਾ ਪੈਂਦਾ। ਮੈਂ ਤੈਨੂੰ ਆਪਦੀ ਪੁਰੀ 'ਚ ਲਿਜਾਊਂਗਾ, ਦੁਨੀਆ ਦੇ ਤਰਸਦੀ ਪਕੁੰਠ 'ਚ ਜਾਣ ਨੂੰ। ਤੂੰ ਮੈਨੂੰ ਪਹਿਚਾਣਦੀ ਨਹੀਂ ਹੈ। ਕਹਿੰਦੀ ਨਾ ਵੀਰਾ, ਮੇਰੇ ਹੱਥ ਜੋੜੇ, ਉਮਰ ਠੀਕ ਪੂਰੀ ਹੋ ਗਈ ਹੈ, ਪਰ ਮੈਂ ਤਾਂ ਆਪਦੇ ਗੁਰੂ ਨੂੰ ਮਿਲ ਕੇ ਜਾਊਂਗੀ। ਜਿੰਨਾ ਚਿਰ ਮੇਰਾ ਗੁਰੂ ਮੈਨੂੰ ਦਰਸ਼ਨ ਨਹੀਂ ਦਿੰਦਾ, ਮੈਂ ਸਰੀਰ ਨਹੀਂ ਛੱਡਣਾ। ਤੇ ਮੈਨੂੰ ਮਾਫ ਕਰੀ, ਰੋਟੀ ਪਾਣੀ ਖਾ, ਜਿਹੜੀ ਚੀਜ਼ ਦੀ ਲੋੜ ਹੈ ਦੱਸ, ਮੈਂ ਕੀ ਸੇਵਾ ਕਰਾਂ। ਮੈਂ ਤੈਨੂੰ ਮੱਥਾ ਟੇਕਦੀ ਹਾਂ, ਪਰ ਵੀਰਾ ਵੀ ਮੈਂ ਤੇਰੇ ਨਾਲ ਨਹੀਂ ਜਾਣਾ। ਸਾਰੇ ਦੇਵਤਿਆਂ ਨੂੰ ਨਾ ਕੀਤੀ ਤੇ ਗੁਰੂ ਦੇ ਦਰਸ਼ਨਾਂ ਦੀ ਪ੍ਰਾਇਣ ਹੋਈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਉਹ ਭਾਗਾਂ ਭਰੀ ਮਾਈ ਨੂੰ ਕਿੱਥੇ ਅੰਮ੍ਰਿਤਸਰ ਲੋਕ ਮਖੌਲ ਕਰਨ ਵੀ ਮਾਤਾ ਵੀ ਤੈਨੂੰ ਹੀ ਮਹਾਰਾਜ ਨੇ ਮਿਲਣਾ। ਦੱਸ, ਇੰਨਾ ਕੰਮ ਹੈ ਗੁਰੂ ਸਾਹਿਬ ਨੂੰ। ਕਿੰਨੇ ਉਹਨਾਂ ਦੇ ਰੁਝੇਵੇਂ ਨੇ, ਕਿੱਥੇ ਅੰਮ੍ਰਿਤਸਰ, ਕਿੱਥੇ ਕਸ਼ਮੀਰ। ਬੰਦਾ ਅੱਕ ਜਾਂਦਾ, ਗੱਡੀ ਤੇ ਬੈਠਾ ਹੋਇਆ ਹੀ, ਲੋਕ ਜਹਾਜ਼ ਤੇ ਚੜ੍ਹ ਕੇ ਜਾਂਦੇ ਆ, ਤੇ ਤੁਰ ਕੇ ਜਾਣਾ ਕਿੰਨਾ ਔਖਾ। ਦੇਖੋ ਇਹਨਾਂ ਪੈਂਡਾ ਕਿਵੇਂ ਤੈਅ ਕਰਕੇ ਆਉਣਗੇ, ਪਰ ਉਹਦੀ ਸ਼ਰਧਾ ਨੂੰ ਫਲ ਲੱਗਾ। ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਦਰਸ਼ਨ ਦਿੱਤੇ, ਤੇ ਜੋ ਉਹਨੇ ਕੱਪੜਾ ਲੀੜਾ ਬਣਾਇਆ ਸੀ ਗੁਰੂ ਜੀ ਨੂੰ ਪਹਿਨਾਇਆ। ਆਖਿਆ ਦੱਸ ਮਾਤਾ ਤੂੰ ਕੀ ਚਾਹੁੰਦੀ ਹੈ, ਤੇਰੇ ਮਨ ਦੀ ਇੱਛਾ ਕੀ ਹੈ? ਕਹਿੰਦੀ ਸੱਚੇ ਪਾਤਸ਼ਾਹ ਵੀ ਇੱਛਾ ਤਾਂ ਤੁਸੀਂ ਪੂਰੀ ਕਰ ਹੀ ਦਿੱਤੀ ਹੈ, ਦਰਸ਼ਨਾਂ ਦੀ ਇੱਛਾ ਸੀਗੀ ਉਹ ਆਪਣੀ ਪੂਰੀ ਹੋ ਗਈ, ਹੁਣ ਮੈਨੂੰ ਕੀ ਚਾਹੀਦਾ ਜੀ? ਬਸ ਹੁਣ ਇੰਜ ਬੇਨਤੀ ਹੈ ਕਿ ਮੇਰੇ ਸਵਾਸ ਪੂਰੇ ਹੋ ਚੁੱਕੇ ਨੇ ਬੜੇ ਚਿਰ ਦੇ, ਤੇ ਮੈਂ ਤਾਂ ਅਰਦਾਸ ਕਰਕੇ ਜਿੱਦ ਕਰਕੇ ਬੈਠੀ ਸੀ। ਬੜੇ ਮੈਨੂੰ ਲੈਣ ਆਏ, ਪਰ ਮੈਂ ਕਿਸੇ ਨਾਲ ਨਹੀਂ ਗਈ। ਮੈਂ ਕਿਹਾ ਵੀ ਮੈਂ ਤਾਂ ਆਪਦੇ ਗੁਰੂ ਦੇ ਚਰਨਾਂ 'ਚ ਸਰੀਰ ਛੱਡਣਾ, ਤੇ ਜਿਸ ਤਰ੍ਹਾਂ ਹੁਣ ਇੱਥੇ ਚਰਨਾਂ 'ਚ ਆਪ ਰੱਖ ਰਹੇ ਹੋ, ਇਸ ਤਰ੍ਹਾਂ ਮਰਨ ਤੋਂ ਬਾਅਦ ਵੀ ਚਰਨ ਬਖਸ਼ਿਓ। ਤੇ ਹੁਣ ਮਹਾਰਾਜ ਤੁਹਾਡੇ ਦਰਸ਼ਨ ਕਰਦਿਆਂ ਹੀ ਮੇਰੇ ਸਵਾਸ ਪੂਰੇ ਹੋਣ, ਬਸ ਇੰਨੀ ਕੁ ਮੇਰੀ ਅਰਦਾਸ ਸੁਣੋ, ਤੇ ਮੇਰੀ ਰੂਹ ਜਿਹੜੀ ਹੈ ਤੁਹਾਡੇ ਚਰਨਾਂ 'ਚ ਹੀ ਰਹੇ, ਤੇ ਆਪ ਮੇਰੀ ਅਰਦਾਸ ਕਰਿਓ। ਮੇਰਾ ਜੋ ਦੇਹ ਸੰਸਕਾਰ ਹੈ ਤੁਸੀਂ ਕਰਨਾ। ਮਹਾਰਾਜ ਕਹਿੰਦੇ 7 ਵਜੇ ਚੰਗਾ, ਫਿਰ ਹੁਣ ਸਤਿ ਸ੍ਰੀ ਅਕਾਲ ਬੁਲਾ। ਤੋ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋ, ਮਾਤਾ ਨੇ ਸਰੀਰ ਤਿਆਗਿਆ, ਤੇ ਗੁਰੂ ਸਾਹਿਬ ਨੇ ਉਹਨੂੰ ਸੱਚਖੰਡ 'ਚ ਵਾਸਾ ਕਰਾਇਆ। ਦਸੇ ਪਾਤਸ਼ਾਹੀਆਂ ਸੱਚਖੰਡ ਦੇ ਵਾਸੀ ਨੇ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿਹਦੇ 'ਚ ਬੈਕੁੰਠ ਦਵੈਤ ਰੁਕ ਜਾਂਦੀ ਹੈ, ਉੱਥੇ ਹੀ ਸੰਤਾਂ ਗੁਰੂ ਸਾਹਿਬਾਂ ਦਾ ਨਿਵਾਸ ਹੈ। ਬੇਗਮਪੁਰਾ ਸ਼ਹਿਰ ਕੋ ਨਾਮ ਸ਼ਹਿਰ ਦਾ ਨਾਮ ਹੈ ਦਵੈਤ ਤੋਂ ਰਹਿਤ, ਜਿੱਥੇ ਦਵੈਤ ਰੁਕ ਜਾਂਦੀ ਹੈ, ਜਾਂ ਬੇਗਮਪੁਰਾ ਚਿੰਤਾ ਤੋਂ ਰਹਿਤ। ਉਸ ਦੇਸ਼ ਦੇ ਵਾਸੀ ਜਿੰਨੇ ਵੀ ਆ ਭਗਤਾਂ ਦੀ ਬਾਣੀ ਹੈ, ਤੇ ਗੁਰੂ ਸਾਹਿਬਾਨ ਦੇ ਭੱਟ ਸੰਤ ਸਾਰੇ ਗੁਰੂ ਦੇ ਸਿੱਖ ਉਸੇ ਦੇਸ਼ ਦੇ ਵਾਸੀ ਨੇ।
ਤੋ ਇਸ ਤਰ੍ਹਾਂ ਨਾਮਦੇਵ ਜੀ ਕਹਿੰਦੇ ਨੇ ਵੀ ਮੈਂ ਤਾਂ ਕੋਈ ਕਵਿਤਾ ਨਹੀਂ ਪੜੂੰਗਾ, ਕੋਈ ਵੇਦਾਂ ਸ਼ਾਸਤਰਾਂ ਦੀ ਕੋਈ ਮੈਂ ਸੋ ਬਾਣੀ ਨਹੀਂ ਪੜ੍ਹਦਾ, ਮੈਂ ਤਾਂ ਆਪ ਦਾ ਵਾਹਿਗੁਰੂ ਨਾਮ ਜਪਦਾ, ਕਿਉਂਕਿ ਮੈਂ ਚੇਤੇ ਇਹਦੇ 'ਚ ਨਹੀਂ ਅਟਕਾਉਣਾ ਕਰਮ ਕਾਂਡਾਂ 'ਚ, ਤੇ ਮੈਂ ਤਾਂ ਰੱਬ ਦੇ ਘਰ ਪਹੁੰਚਣਾ ਹੈ। ਆਕੁਲ ਕਹਿ ਕਰ ਜਾਊਂਗੋ, ਜਿਹੜਾ ਕੁਲਾਂ ਤੋਂ ਰਹਿਤ ਬ੍ਰਹਮ ਹੈ। ਸਾਧ ਸੰਗਤ ਜੀਓ, ਸ਼ਬਦ ਸੰਸਾਰ ਤੋਂ ਅਤੀਤ ਅਸੰਗ ਅਨਾਹਦ ਤਿੰਨਾਂ ਗੁਣਾਂ ਤੋਂ ਅਤੀਤ ਨਿਰਲੇਪ ਬ੍ਰਹਮ ਹੈ। ਉਹਦੇ ਵਿੱਚ ਅਨਾਹਦ ਇੱਕ ਰਸ ਮੇਰਾ ਚਿੱਤ ਰਾਤਾ ਰੰਗਿਆ ਹੋਇਆ ਹੈ। ਤੇ ਆਕੁਲ ਕਹਿ ਕਰ ਜਾਊਂਗੋ, ਜਿਹੜਾ ਕੁਲਾਂ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ। ਇਹ ਨਹੀਂ ਵੀ ਉਹ ਜਿਵੇਂ ਰਾਮਾ ਅਵਤਾਰ ਸੂਰਜਵੰਸ਼ੀ ਹੋਇਆ ਸੂਰਜ ਦੀ ਕੁਲ ਵਿੱਚ, ਤੇ ਜਿਹੜਾ ਕ੍ਰਿਸ਼ਨ ਭਗਵਾਨ ਜਾਦਵੰਸ਼ੀ ਹੋਇਆ ਜਾਦਵਾਂ ਦੀ ਕੁਲ 'ਚ, ਉਹ ਰੱਬ ਕਿਸੇ ਕੁਲ ਵਾਲਾ ਨਹੀਂ ਹੈ, ਕੁਲਾਂ ਤੋਂ ਰਹਿਤ। ਉਹ ਸਰੂਪ ਦੇ ਉਹਦੇ ਸਰੂਪ ਰੂਪੀ ਘਰ ਦੇ ਵਿੱਚ ਮੈਂ ਜਾਣ ਦੀ ਤਿਆਰੀ ਕੀਤੀ ਹੋਈ ਹੈ, ਕਮਰ ਕਸਾ ਲਾਇਆ, ਤੋ ਮੈਂ ਤਾਂ ਰੱਬ ਦੇ ਘਰ ਜਾਵਾਂਗਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰੂ ਦੇ ਸਿੱਖ ਦਾ ਧਿਆਨ ਰਾਹ ਦੇ ਸਵਾਮੀ ਵਿੱਚ ਨਹੀਂ ਹੋਣਾ ਚਾਹੀਦਾ, ਜਿਹੜਾ ਦਰਗਾਹ ਦਾ ਮਾਲਕ ਹੈ ਉਹਦੇ ਵਿੱਚ ਧਿਆਨ ਜੋੜਨਾ ਚਾਹੀਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਏੜਾ ਪਿੰਗੋਲਾ ਔਰ ਸੁਖਮਨਾ। ਤ੍ਰਿਕੁਟੀ ਸੁਖਮਣਾ ਨਾੜੀ ਭਾਵ ਜਿੱਥੇ ਕੁੰਭਕ ਕਰੀਦਾ, ਯਾਨੀ ਸਵਾਸਾਂ ਨੂੰ ਅੰਦਰ ਹਾਓਗੋ। ਪੌਣ ਹੈ ਊੜੇ ਨਾਲ, ਪੌਣ ਦਾ ਜਲੰਧਰ ਬੰਦ ਮੂਲ ਬੰਦ ਆਦਿਕ ਲਾਈਦਾ ਹੈ। ਇਸ ਤੋਂ ਰਹਿਤ ਮੈਂ ਹੋ ਜਾਵਾਂਗਾ। ਇਸੇ ਪ੍ਰਕਾਰ ਜਿਹਦੇ ਵਿੱਚ ਆਪਾਂ ਕਹਿੰਦੇ ਆ ਅੰਮ੍ਰਿਤ ਛਕੋ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਕਸ਼ਹਿਰਾ ਉਹਦੇ ਵੀ ਹੈ। ਆ ਜਾਂਗੀਏ ਜੂੰਗੀਏ ਮੈਨੂੰ ਮਾਫ ਕਰਨਾ, ਜਿਹੜੇ ਬਾਜ਼ਾਰਾਂ 'ਚੋਂ ਮਿਲਦੇ ਨੇ, ਤੋ ਇਹ ਮਰਜ਼ਾਦਾ 'ਚ ਨਹੀਂ ਹਨ। ਜੇ ਗਾਤਰਾ ਨਹੀਂ ਪਾਉਣਾ, ਅੰਮ੍ਰਿਤ ਨਹੀਂ ਛਕਣਾ ਤਾਂ ਕੋਈ ਗੱਲ ਨਹੀਂ, ਪਰ ਕਸ਼ਹਿਰਾ ਜ਼ਰੂਰ ਪਾਉਣਾ ਚਾਹੀਦਾ ਹੈ। ਤੋ ਇਹ ਸਰੀਰ ਦਾ ਪਰਦਾ ਹੈ, ਇਸ ਵਾਸਤੇ ਕਸ਼ਹਿਰਾ ਧਾਰਨ ਕਰਨਾ, ਇਹ ਪੰਜਾਂ ਕਕਾਰਾਂ ਦੀ ਰਹਿਤ ਵਿੱਚ ਰਹਿਣਾ, ਇਹ ਕਰਮ ਕਥਾ ਹੈ ਗੁਰਦੁਆਰੇ ਦੀ। ਇਹ ਸਮਝ ਲਓ ਕਿ ਗੰਗਾ ਹੈ, ਤੇ ਜਿਹੜੀ ਜਮਨਾ ਦਾ ਮਤਲਬ ਉਪਾਸ਼ਨਾ, ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟਾ ਕਰਨਾ, ਅਰਦਾਸ ਵਿੱਚ ਜੁੜਨਾ, ਸਾਹਿਬਾਂ ਦਾ ਸਤਿਕਾਰ ਕਰਨਾ, ਤੇ ਗੁਰੂ ਘਰ ਦੀ ਸੇਵਾ ਕਰਨੀ, ਇਹ ਮਹਾਰਾਜ ਦਾ ਜਿਹੜਾ ਸਤਿਕਾਰ ਦੀ ਕਥਾ ਹੈ, ਉਪਾਸ਼ਨਾ, ਇਹ ਸਮਝ ਲਓ ਕਿ ਜਮਨਾ ਹੈ। ਤੇ ਜੋ ਬ੍ਰਹਮ ਗਿਆਨ ਦੀ ਕਥਾ ਜੋ ਆਪ ਸਰਵਣ ਕਰ ਰਹੇ ਹੋ, ਨਿਰੋਲ ਗੁਰਬਾਣੀ ਦੀ ਕਥਾ, ਇਹ ਗਿਆਨ ਦੀ ਕਥਾ ਜਿਹੜੀ ਇਹ ਸੁਖਮਨਾ ਹੈ। ਇੰਜ ਪਾਤਸ਼ਾਹ ਜੀ ਕਥਨ ਕਰਦੇ ਨੇ, ਪੌਣੇ ਬੰਦ ਰਹਾਓਗੋ। ਕਥਾ ਜ਼ਰੂਰ ਸੁਣਨੀ ਚਾਹੀਦੀ ਹੈ, ਇਹਦੇ ਨਾਲ ਸਮਝ ਆਉਂਦੀ ਹੈ ਇਹਨਾਂ ਦੀ ਪੌਣੇ ਵਾਸ਼ਨਾ ਦੇ ਬੰਧਨਾਂ ਤੋਂ ਮੈਂ ਰਹਿਤ ਹੋ ਜਾਵਾਂਗਾ। ਇਸੇ ਪ੍ਰਕਾਰ ਏੜਾ ਪਿੰਗਲਾ ਔਰ ਸੁਖਮਨਾ। ਜਿਹੜਾ ਤਮੋ ਗੁਣ ਵਿੱਚ ਮਨ ਦਾ ਏੜਾ ਭਾਵ ਅੜੇ ਰਹਿਣਾ ਹੈ, ਜਿਹੜਾ ਮਨ ਦਾ ਪਿੰਗਲਾ ਭਾਵ ਨਿਰੋਧ ਕਰ ਲੈਣਾ ਹੈ, ਤੇ ਜਿਹੜੀ ਉਪਾਸ਼ਨਾ ਮਨ ਨੂੰ ਸੁਖ ਦੇਣ ਵਾਲੀ ਹੈ। ਪੌਣੇ ਬੰਦ ਰਹਾਓਗੋ। ਅਤੇ ਜਿਹੜਾ ਦਸਵੇਂ ਦਵਾਰ ਵਿੱਚ ਪ੍ਰਾਣਾਂ ਨੂੰ ਚੜਾਉਣਾ ਹੈ, ਇਹ ਤਿਆਗ ਕੇ ਇਹਨਾਂ ਸਾਰੇ ਬੰਧਨਾਂ ਤੋਂ ਮੈਂ ਰਹਿਤ ਹੋ ਜਾਵਾਂਗਾ। ਚੰਦ ਸੂਰਜ ਦੋਇ ਸਮ ਕਰ ਰਾਖਾਓ। ਚੰਦਰਮਾ ਦੀ ਸੁਰ ਏੜਾ, ਸੂਰਜ ਦੀ ਸੁਰ ਪਿੰਗਲਾ ਆਦਿਕ ਦੋਹਾਂ ਵਿੱਚ ਸਮਾਨ ਬਿਰਤੀ ਕਰਕੇ ਰੱਖਾਂਗਾ। ਭਾਵ ਜੋ ਚੰਦਰਮਾ ਕਰਕੇ ਠੰਡ ਤੇ ਸੂਰਜ ਕਰਕੇ ਗਰਮੀ ਵਧਾਈ ਦੀ ਹੈ, ਇਹਦੀ ਮੈਨੂੰ ਲੋੜ ਨਹੀਂ ਹੈ। ਇਸੇ ਪ੍ਰਕਾਰ ਚੰਦ ਸੂਰਜ ਦੋਇ ਸਮ ਕਰ ਰਾਖਾਓ। ਜੋ ਚੰਦਰਮਾ ਦੀ ਤਰ੍ਹਾਂ ਅਵਿਦਿਆ ਰੂਪ ਰਾਤ ਵਿੱਚ ਮਾਇਆ ਦਾ ਮੋਹ ਚਾਨਣ ਕਰਨ ਵਾਲਾ ਹੈ, ਤੇ ਜੋ ਸੂਰਜ ਤਮੋ ਗੁਣ
ਭਾਵ ਅਗਿਆਨ ਰੂਪ ਹੈ, ਇਹਨਾਂ ਦੋਹਾਂ ਦੇ ਪ੍ਰਕਾਸ਼ਕ ਚੇਤਨ ਸਰੂਪ ਦੇ ਵਿੱਚ ਸਮਾਨ ਬਿਰਤੀ ਟਿਕਾ ਕੇ ਰੱਖਾਂਗਾ। ਇਸੇ ਪ੍ਰਕਾਰ ਚੰਦ ਸੂਰਜ ਦੋਇ ਸਮ ਕਰ ਰਖਾਓ। ਚੰਦਰਮਾ ਭਾਵ ਹੈ ਰਾਗ, ਸੂਰਜ ਭਾਵ ਵੇਗ, ਜਾਂ ਪ੍ਰੋਖ ਤੇ ਅਪਰੋਖ ਗਿਆਨ, ਜਾਂ ਨਿਰਗੁਣ ਦੇ ਸਰਗੁਣ ਦਾ ਗਿਆਨ, ਇਹਨਾਂ ਦੋਹਾਂ ਵਿੱਚ ਸਮਾਨ ਬਿਰਤੀ ਕਰਕੇ ਰੱਖਾਂਗਾ। ਬ੍ਰਹਮ ਜੋਤ ਮਿਲ ਜਾਓਗੋ। ਕਿਉਂਕਿ ਹੁਣ ਮੈਂ ਪ੍ਰਕਾਸ਼ ਰੂਪ ਬ੍ਰਹਮ ਦੇ ਵਿੱਚ ਪਰਮੇਸ਼ਰ ਵਿੱਚ ਮਿਲ ਜਾਵਾਂਗਾ। ਤੀਰਥ ਦੇਖ ਨ ਜਲ ਮਹ ਪੈਸੋ। ਕਿਸੇ ਤੀਰਥ ਦਾ ਮਹਾਤਮ ਵੇਖ ਕੇ ਮੈਂ ਪਾਣੀ ਵਿੱਚ ਪ੍ਰਵੇਸ਼ ਨਹੀਂ ਹੋਵਾਂਗਾ, ਕਿਉਂਕਿ ਨਹਾਉਣ ਦੇ ਨਾਲ ਕੱਖ ਨਹੀਂ ਬਣਦਾ। ਕਬੀਰ ਗੰਗਾ ਤੀਰ ਜੋ ਘਰ ਕਰੈ, ਭਾਵੇਂ ਗੰਗਾ ਦੇ ਕਿਨਾਰੇ 'ਤੇ ਕੋਠੀ ਬਣਾ ਲਓ, ਰੋਜ਼ ਹੀ ਗੰਗਾ ਨਹਾਈ ਜਾਓ। ਕਈਆਂ ਨੇ ਬੋਤਲ 'ਚ ਪਾਣੀ ਪਾ ਕੇ, ਭਾਵੇਂ ਭਰਿਆ ਨਹਿਰ 'ਚੋਂ ਹੀ ਹੋਵੇ, ਉੱਤੇ ਲਿਖਿਆ ਹੁੰਦਾ ਗੰਗਾ ਜਲ, ਬੋਤਲਾਂ ਹੀ ਗੰਗਾ ਜਲ ਦੀਆਂ ਬਣਾਤੀਆਂ, ਭਾਵੇਂ ਹਮੇਸ਼ਾ ਗੰਗਾ ਜਲ ਹੀ ਪੀਓ। ਕਈਆਂ ਦੇ ਨਿਯਮ ਨੇ, ਉਹ ਆਪਦੀ ਗੱਡੀ ਲੈ ਕੇ ਗੰਗਾ 'ਚੋਂ ਡਰਮ ਭਰ ਲਿਆਉਂਦੇ ਨੇ, ਪੀਂਦੇ ਹੀ ਗੰਗਾ ਜਲ ਨੇ। ਭਾਵੇਂ ਗੰਗਾ ਦੇ ਘਰ ਕਿਨਾਰੇ 'ਤੇ ਆਪਦਾ ਘਰ ਬਣਾ ਕੇ ਰਹਿਣ ਲੱਗ ਪਓ, ਅਤੇ ਭਾਵੇਂ ਗੰਗਾ ਜਲ ਹੀ ਪੀਣਾ ਸ਼ੁਰੂ ਕਰ ਦਿਓ, ਇਹਦੇ ਨਾਲ ਨਹੀਂ ਕੱਖ ਵੀ ਬਣਨਾ। ਗੱਲ ਤਾਂ ਬਣਨੀ ਹੈ ਜੇ ਚੌਂਕੜਾ ਮਾਰ ਕੇ ਨਹਾ ਧੋ ਕੇ ਵਾਹਿਗੁਰੂ ਵਾਹਿਗੁਰੂ ਕਰੋਗੇ। ਇਸ਼ਨਾਨ ਦਾ ਲਾਭ ਤਾਂ ਹੀ ਹੈ ਜੇ ਜਪਜੀ ਸਾਹਿਬ ਦਾ ਪਾਠ ਕੀਤਾ, ਨਹੀਂ ਕੀਤਾ ਕੋਈ ਫਾਇਦਾ ਨਹੀਂ। ਇਹ ਤਾਂ ਸਰੀਰ ਦੀ ਸਫਾਈ ਹੋ ਗਈ ਹੈ, ਮਿੰਟ ਦੀ ਮਿੰਟ ਸਰੀਰ ਠੰਡਾ ਹੋ ਜਾਊਗਾ, ਮੁੜ ਕੇ ਫਿਰ ਗਰਮੀ ਨਾਲ ਉਸੇ ਤਰ੍ਹਾਂ ਹੀ। ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵੇ ਨਿਰਮਲ ਨੀਰ। ਇਹ ਕਬੀਰ ਜੀ ਕਹਿ ਰਹੇ ਨੇ। ਜਿੰਨੀ ਵੀ ਕਥਾ ਮੈਂ ਤੁਹਾਨੂੰ ਸਰਵਣ ਕਰਾ ਰਿਹਾ, ਇਹ ਗੁਰਬਾਣੀ ਦੀ ਰੌਸ਼ਨੀ 'ਚ ਬੋਲ ਰਿਹਾ, ਆਪਦੇ ਕੋਲੋਂ ਨਹੀਂ ਮੈਂ ਕੁਛ ਵੀ ਬੋਲਦਾ। ਕਬੀਰ ਜੀ ਦੀ ਕਥਾ ਹੈ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਇਹੋ ਕਹਿ ਰਮੇ ਕਬੀਰ। ਕਹਿੰਦੇ ਮੈਂ ਪਾਣੀ ਵੇਖ ਕੇ ਪਾਣੀ 'ਚ ਨਹੀਂ ਪ੍ਰਵੇਸ਼ ਹੋਵਾਂਗਾ। ਜੀ ਜੰਤ ਨ ਸਤਾਵੋਗੋ। ਪਾਣੀ ਵਿੱਚ ਰਹਿਣ ਵਾਲੇ ਸਥੂਲ ਜੀਵ ਤੇ ਸੂਖਮ ਜੀਵਾਂ ਨੂੰ ਵੀ ਮੈਂ ਸਤਾਵਾਂਗਾ ਨਹੀਂ। ਆ ਸਰੋਵਰ 'ਚ ਜਦੋਂ ਵੜੀ ਦਾ ਮੱਛੀਆਂ ਡਰ ਕੇ ਪਰਾਂ ਨੂੰ ਭੱਜ ਜਾਂਦੀਆਂ ਨੇ, ਸਤਾਉਣਾ ਹੀ ਆ ਉਹਨਾਂ ਨੂੰ, ਚੰਗੀਆਂ ਭਲੀਆਂ ਆਨੰਦ ਲੈਂਦੀਆਂ ਨੇ। ਤੋ ਇਸ ਤਰੀਕੇ ਦੇ ਨਾਲ ਮੈਂ ਜੀਆਂ ਜਨਤਾ ਨੂੰ ਵੀ ਸਤਾਵਾਂਗਾ ਨਹੀਂ, ਭਾਵ ਕਿ ਮੈਂ ਦਇਆ ਕਰਾਂਗਾ। 68 ਤੀਰਥ ਗੁਰੂ ਦਿਖਾਏ। ਮੈਨੂੰ ਤਾਂ ਮੇਰੇ ਗੁਰੂ ਨੇ 68 ਤੀਰਥ ਗੁਰਦੁਆਰੇ ਦਿਖਾ ਦਿੱਤੇ ਨੇ। 68 ਤੀਰਥ ਜੈ ਸਾਧ ਭਗਤਰ, ਸਾਧ ਨਾਮ ਹੈ ਸ੍ਰੇਸ਼ਟ ਸਤਿਗੁਰਾਂ ਦਾ। ਜਿੱਥੇ 8 ਗੁਰੂਆਂ ਨੇ 9 ਪਾਤਸ਼ਾਹੀਆਂ ਨੇ ਚਰਨ ਪਾਏ ਸੱਚਖੰਡ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ, ਉਹ ਸਰੋਵਰ ਸਾਡੇ ਲਈ 68 ਤੀਰਥਾਂ ਦੇ ਬਰਾਬਰ ਹੈ। ਗੁਰੂ ਘਰ ਦੇ ਵਿੱਚ ਕਥਾ ਕੀਰਤਨ ਬਾਣੀ ਦਾ ਪ੍ਰਵਾਹ ਚੱਲਦਾ, ਸਰੋਵਰ ਅੰਮ੍ਰਿਤ ਹੈ। ਆ ਸੰਗਤ ਹੀ 68 ਤੀਰਥ ਸੁਣੇ 68 ਕਾ ਇਸ਼ਨਾਨ, ਇਹ ਮੈਨੂੰ ਮਹਾਰਾਜ ਨੇ ਇੱਥੇ ਹੀ ਦਿਖਾ ਦਿੱਤੇ ਨੇ। ਘਟ ਹੀ ਭੀਤਰ ਨਹਾਓਗੋ। ਇਸ ਲਈ ਮੈਂ ਤਾਂ ਬ੍ਰਹਮਾਕਾਰ ਬਿਰਤੀ ਕਰਕੇ ਆਪਣੇ ਹਿਰਦੇ ਦੇ ਵਿੱਚ ਹੀ ਬ੍ਰਹਮ ਸਰੂਪ ਰੂਪ ਹਰੀ ਜਲ ਵਿੱਚ ਇਸ਼ਨਾਨ ਕਰਾਂਗਾ। ਪੰਜ ਸਹਾਈ ਜਨ ਕੀ ਸ਼ੋਭਾ। ਤੀਰਥ ਨਾਮ ਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪੰਜ ਸਹਾਈ, ਪੰਜ ਪੈਂਚ, ਚੌਧਰੀ ਨੰਬਰਦਾਰਾਂ ਦਾ ਨਾਮ ਹੈ। ਇਹ ਬਣ ਕੇ ਮੈਂ ਲੋਕਾਂ ਦੀ ਸਹਾਇਤਾ ਕਰਨੀ ਤੇ ਜਨ ਕੀ ਸ਼ੋਭਾ, ਫਿਰ ਸੰਸਾਰੀ ਪੁਰਖ ਦੀ ਵਡਿਆਈ ਲੈਣੀ। ਭਲੋ ਭਲੋ ਨਾ ਕਹਾਵੋਗੋ। ਇੰਜ ਮੈਂ ਵੋਟਾਂ 'ਚ ਖੜ ਕੇ ਪੰਚ ਸਰਪੰਚ ਬਣ ਕੇ, ਚੌਧਰੀ ਨੰਬਰਦਾਰ ਬਣ ਕੇ, ਲੋਕਾਂ ਦੇ ਕੰਮ ਕਰਾ ਕੇ ਆਪਦੇ ਆਪ ਨੂੰ ਚੰਗਾ ਚੰਗਾ ਵੀ ਨਹੀਂ ਕਹਾਵਾਂਗਾ। ਮਤਲਬ ਮੈਨੂੰ ਕੋਈ ਚੰਗਾ ਕਹਾਉਣ ਦੀ ਇੱਛਾ ਰਹੀ ਹੋਈ ਨਹੀਂ। ਮੈਂ ਤਾਂ ਪਰਮੇਸ਼ਰ ਦੇ ਸਰੂਪ 'ਚ ਲੀਨ ਹੋਵਾਂਗਾ। ਲੋਕਾਂ ਦੀ ਵਾਹ ਖੱਟਣ ਨਾਲ ਕੁਛ ਨਹੀਂ ਮਿਲਦਾ। ਲੋਕਣਗੀਆਂ ਵਡਿਆਈਆਂ ਬੈਸੰਤਰ ਭਾਗੋ। ਜੋ ਮਿਲੇ ਪਿਆਰਾ ਆਪਣਾ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ। ਤੋ ਇਸ ਵਾਸਤੇ ਵੋਟਾਂ ਦੇ ਵਿੱਚ ਮੈਂ ਨਹੀਂ ਕਦੀ ਖੜਾਂਗਾ। ਲੋਕਾਂ ਦੀ ਵਡਿਆਈ ਦੀ ਇੱਛਾ ਹੀ ਨਹੀਂ। ਮਹਾਂਪੁਰਖਾਂ ਨੇ
ਮੈਂ ਗੁਰਬਾਣੀ ਦਾ ਅਦਬ ਇੱਕ ਟਰੈਕਟ ਛਾਪਿਆ ਸੀ, ਟਕਸਾਲ 'ਚ ਰਹਿੰਦੇ ਆ, ਉਹ 'ਚ ਮਹਾਂਪੁਰਖਾਂ ਦੇ ਬਚਨ ਲਿਖੇ ਨੇ। ਮਹਾਂਪੁਰਖਾਂ ਦੇ ਬਚਨ ਸੀਗੇ, ਕਿਤੇ ਵੀ ਕਿਸੇ ਨਗਰ ਦੇ ਵਿੱਚ ਗ੍ਰੰਥੀ ਸਿੰਘ ਨੂੰ ਭੇਜਦੇ। ਸਾਡੇ ਗ੍ਰੰਥੀਆਂ ਦਾ ਕੰਮ ਕੀ ਹੁੰਦਾ? ਪਾਰਟੀ ਬਣਾਉਣੀ। ਜਿੰਨਾ ਚਿਰ ਪਾਰਟੀ ਨਾ ਬਣਾਓ ਉਹਨਾਂ ਚਿਰ ਰਿਹਾ ਵੀ ਨਹੀਂ ਜਾਂਦਾ। ਗੰਢ ਧੁੱਪ ਰੱਖਣੀ ਪੈਂਦੀ ਹੈ, ਗੱਲਬਾਤ ਹੋ ਜਾਏ ਫਿਰ ਸਿਫਾਰਿਸ਼ ਪਾਉਣੀ ਪੈਂਦੀ। ਅਤੇ ਉਹ ਗ੍ਰੰਥੀ ਪਾਰਟੀ ਬਣਾ ਕੇ ਲੜਾਈ ਕਰਾ ਦਿੰਦੇ ਨੇ। ਕਈਆਂ ਪਿੰਡਾਂ 'ਚ 2-2 3-3 ਗੁਰਦੁਆਰੇ ਗ੍ਰੰਥੀਆਂ ਕਰਕੇ ਬਣੇ ਨੇ। ਤੋ ਮਹਾਂਪੁਰਖ ਬਚਨ ਕਰਦੇ, ਭਾਈ ਤੁਸੀਂ ਸੇਵਾ ਲਈ ਚੱਲੇ ਹੋ ਅਤੇ ਕਦੀ ਵੋਟ ਨਹੀਂ ਪਾਉਣੀ। ਮਤਲਬ ਜਿਹਨੂੰ ਪਾਓਗੇ ਉਹ ਖੁਸ਼ ਹੋ ਜਾਓ, ਨਹੀਂ ਪਾਓਗੇ ਤੁਹਾਡੇ 'ਤੇ ਗੁੱਸੇ ਹੋ। ਪਾਰਟੀ ਬਣ ਗਈ ਆਪਣੇ ਆਪ ਹੀ। ਠੀਕ ਹੈ, ਆਓ ਅਰਦਾਸ ਕਰਦੇ ਹਾਂ, ਸਾਰੇ ਹੀ ਆਓ, ਕਾਂਗਰਸੀ ਵੀ ਆਓ, ਅਕਾਲੀ ਵੀ ਆਓ, ਸਾਰੇ ਹੀ ਆਓ, ਆਪ ਵਾਲੇ ਵੀ ਆਓ। ਸਾਡਾ ਕੰਮ ਕੀ ਹੋਇਆ ਕਿਸੇ ਨਾਲ ਖੜਨ ਦਾ? ਸਾਡੇ ਲਈ ਤਾਂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਸਾਰੇ ਹੀ ਜਿੱਤਣ, ਸਾਰੇ ਹੀ ਕੰਮ ਕਰਨ, ਸਾਰਿਆਂ ਦੀ ਅਰਦਾਸ ਗੁਰਦੁਆਰੇ ਹੋਣੀ, ਮੱਥਾ ਵੀ ਸਾਰਿਆਂ ਨੇ ਟੇਕਣਾ। ਜੇ ਗ੍ਰੰਥੀ ਇੱਕ ਪਾਸੇ ਹੋ ਗਿਆ, ਅਗਲਾ ਵੇਖੂਗਾ ਵੀ ਇਹ ਤਾਂ ਫਲਾਣੇ ਦਾ ਬੰਦਾ। ਸੋ ਗ੍ਰੰਥੀ ਕਦੀ ਵੋਟ ਨਾ ਪਾਏ ਤੇ ਵੋਟਾਂ 'ਚ ਖੜੇ ਨਾ। ਇਹ ਮਹਾਂਪੁਰਖ ਬਚਨ ਕਰਿਆ ਕਰਦੇ ਸਨ। ਪਰ ਕਲਯੁਗ ਹੈ, ਕਿਸੇ ਨਾ ਕਿਸੇ ਨਾਲ ਤਾਂ ਲੱਗਣਾ ਹੀ ਪੈਂਦਾ। ਤੋ ਇਸ ਵਾਸਤੇ ਜਿਹੜੇ ਸੰਤ ਨੇ, ਭਗਤ ਨੇ, ਮਹਾਂਪੁਰਖਾਂ ਨੇ ਵੀ ਐਲਾਨ ਕੀਤਾ ਸੀ, ਕਹਿੰਦੇ ਵੀ ਨਾ ਤਾਂ ਮੈਂ ਅਕਾਲ ਤਖਤ ਦੀ ਜਥੇਦਾਰੀ ਲੈਣੀ, ਮੈਨੂੰ ਕੋਈ ਭੁੱਖ ਨਹੀਂ, ਨਾ ਮੈਂ ਵੋਟਾਂ 'ਚ ਖੜ ਕੇ। ਜੋ ਰੱਬ ਨੇ ਮੈਨੂੰ ਦੇਤਾ, ਸੰਤ ਬਣਾਤਾ, ਮੈਂ ਇਹੀ ਰਹਿਣਾ ਜ਼ਿੰਦਗੀ ਭਰ। ਜੇ ਕੋਈ ਮਤਾਂ ਭੁਲੇਖੇ ਵਿੱਚ ਰਹੇ, ਇਹ ਰੌਲਾ ਪਾਉਂਦਾ ਹੈ, ਬੰਦੇ ਇਕੱਠੇ ਕਰਕੇ ਆਪਣੇ ਨਾਲ ਲਾਉਂਦਾ, ਸ਼ਾਇਦ ਪਤਾ ਨਹੀਂ ਇਹਨੇ ਕੋਈ ਪ੍ਰਧਾਨਗੀ ਲੈਣੀ ਹੈ, ਕਹਿੰਦੇ ਪ੍ਰਧਾਨ ਨਹੀਂ ਮੈਂ ਬਣਨਾ। ਤੋ ਇਸ ਤਰ੍ਹਾਂ ਮਨ ਦੀ ਇੱਛਾ ਤਿਆਗਣੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਕਾਹਦੀ ਪ੍ਰਧਾਨਗੀ ਹੈ ਭਾਈ? ਇੱਥੇ ਤਾਂ ਨਿਮਰਤਾ ਵਾਲੇ ਹੀ ਸ਼ੋਭਨੀਕ ਹੁੰਦੇ ਨੇ। ਸੰਤ ਭਗਤਾਂ ਦੀ ਜੈ ਜੈਕਾਰ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਇੱਥੇ ਰੱਬ ਦੇ ਨਾਮ ਦੀ ਵਡਿਆਈ ਕਰਨੀ ਚਾਹੀਦੀ। ਆਪ ਦੀ ਸ਼ੋਭਾ ਕਾਹਤੋਂ ਕਹਾਉਣੀ ਹੈ? ਇਸ ਲਈ ਨਾਮਦੇਵ ਜੀ ਸੰਤ ਨੇ, ਭਗਤ ਨੇ, ਕਹਿੰਦੇ ਵੀ ਮੈਂ ਤਾਂ ਮਹਾਰਾਜ ਦੇ ਸਰੂਪ 'ਚ ਲੀਨ ਹੋਣਾ, ਮੈਂ ਤਾਂ ਰੱਬ ਦੀ ਸ਼ੋਭਾ ਕਰਨੀ ਅਤੇ ਰੱਬ ਦੀ ਸ਼ੋਭਾ ਕਰਾਉਣੀ ਹੈ, ਗੁਰੂ ਦੀ ਵਡਿਆਈ ਕਰਨੀ ਹੈ, ਗੁਰੂ ਦੀ ਵਡਿਆਈ ਕਰਾਉਣੀ ਹੈ। ਅਤੇ ਮੈਨੂੰ ਤਾਂ ਹੋਰ ਕਿਸੇ ਦੀ ਕੋਈ ਵਾਹ ਦੀ ਇੱਛਾ ਨਹੀਂ ਹੈ। ਨਾਮ ਕਹੈ ਚਿਤ ਹਰਸਿਉ ਰਾਤਾ। ਨਾਮਦੇਵ ਜੀ ਕਹਿੰਦੇ ਨੇ ਮੇਰਾ ਚਿੱਤ ਤਾਂ ਪਰਮੇਸ਼ਰ ਦੇ ਨਾਮ ਦੇ ਨਾਲ ਰੰਗਿਆ ਗਿਆ ਹੈ। ਸੁਨ ਸਮਾਦ ਸਮਾਓਗੋ। ਇਸ ਕਰਕੇ ਹੁਣ ਮੈਂ ਅਫੁਰ ਸਮਾਧੀ ਦੇ ਵਿੱਚ ਸਮਾਵਾਂਗਾ, ਜਾਂ ਜੋ ਅਫੁਰ ਬ੍ਰਹਮ ਹੈ ਉਹਦੇ ਸਮਾਧੀ ਲਾ ਕੇ ਮੈਂ ਲੀਨ ਹੋ ਜਾਵਾਂਗਾ। ਭਾਵ ਮੈਂ ਗਿਆਨ ਰੂਪ ਪਰਲੋਂ ਵਿੱਚ ਅਸਥਿਤ ਹੋਵਾਂਗਾ। ਮਾਏ ਨਾ ਹੋਤੀ ਬਾਬਨ ਹੋਤਾ। ਇਸ ਸ਼ਬਦ ਵਿੱਚ ਗਿਆਨ ਪਰਲੋ ਦਾ ਪ੍ਰਕਰਨ ਨਾਮਦੇਵ ਜੀ ਕਥਨ ਕਰਦੇ ਨੇ। ਜਦੋਂ ਬ੍ਰਹਮ ਗਿਆਨ ਹੋ ਜਾਏ ਤਾਂ ਸਮਝ ਲਓ ਪਰਲੋ ਹੋ ਗਏ, ਸਭ ਕੁਝ ਹੀ ਅਭਾਵ ਹੋ ਗਿਆ। ਇਹ ਭਾਈ ਜਦੋਂ ਮਾਂ ਨਹੀਂ ਹੁੰਦੀ ਸੀ, ਪਿਤਾ ਵੀ ਨਹੀਂ ਹੁੰਦਾ ਸੀ, ਅਤੇ ਕਰਮ ਨ ਹੋਤੀ ਕਾਇਆ। ਕਰਮ ਵੀ ਨਹੀਂ ਸਨ ਬਣੇ ਤੇ ਦੇਹ ਵੀ ਨਹੀਂ ਹੁੰਦੀ ਸੀ, ਜਾਂ ਕਰਮ ਨਾ ਬਣਨ ਕਰਕੇ ਦੇਹ ਵੀ ਨਹੀਂ ਹੁੰਦੀ ਸੀ। ਹਮ ਨਹੀਂ ਹੋਤੇ ਤੁਮ ਨਹੀਂ ਹੋਤੇ। ਜਦੋਂ ਅਸੀਂ ਵੀ ਨਹੀਂ ਹੁੰਦੇ ਸੀ ਤੇ ਤੁਸੀਂ ਵੀ ਨਹੀਂ ਹੁੰਦੇ ਸੀ, ਭਾਵ ਜੀਵ ਈਸ਼ ਦਾ ਭੇਦ ਗਿਆਨ ਨਹੀਂ ਸੀ। ਕਵਨ ਕਹਾਂ ਤੇ ਆਇਆ। ਉਦੋਂ ਪਰਮੇਸ਼ਰ ਤੋਂ ਬਗੈਰ ਕੌਣ ਸੀ ਤੇ ਕਿੱਥੋਂ ਤੋਂ ਆਇਆ ਸੀ? ਭਾਵ ਕੋਈ ਵੀ ਨਹੀਂ ਸੀ, ਪਰਮੇਸ਼ਰ ਆਪੇ ਹੀ ਆਪ ਸੀ। ਜਬ ਆਕਾਰ ਇਹੋ ਕਾਸ਼ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਤੋ ਇਸ ਤਰ੍ਹਾਂ ਇਸ ਅਸ਼ਟਪਦੀ ਵਿੱਚ ਇਹੀ ਗਿਆਨ ਦੀ ਪਰਲੋ ਕਹੀ ਹੈ। ਰਾਮ ਕੋਇ ਨਾ ਕਿਸਹੀ ਕੇਰਾ। ਇਹ ਭਾਈ ਉਦੋਂ ਕੋਈ ਵੀ ਕਿਸੇ ਦਾ ਨਹੀਂ ਸੀ। ਜੈਸੇ ਤਰਵਰ ਪੰਖ ਬਸੇਰਾ। ਜਿਵੇਂ ਬ੍ਰਿਕਸ਼ ਦੇ ਉੱਪਰ ਪੰਛੀ ਦਾ ਵਾਸਾ ਹੁੰਦਾ, ਇੰਜ ਸੰਸਾਰ ਰੂਪੀ ਦਰਖਤ ਦੇ ਉੱਤੇ ਜੀਰੂ ਪੰਛੀਆਂ ਦਾ ਵਾਸਾ ਹੈ। ਬਿਰਖ ਪਸੇਰੋ ਪੰਖ ਕੋ, ਤੈਸੋ ਇਹੋ ਸੰਸਾਰ। ਰਹਾਉ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ।
ਚੰਦ ਨ ਹੋਤਾ ਸੂਰ ਨ ਹੋਤਾ। ਜਦੋਂ ਚੰਦਰਮਾ ਵੀ ਨਹੀਂ ਹੁੰਦਾ ਸੀ, ਪ੍ਰਕਾਸ਼ ਕਰਨ ਵਾਲਾ ਸੂਰਜ ਵੀ ਨਹੀਂ ਹੁੰਦਾ ਸੀ। ਪਾਣੀ ਪਵਨ ਮਿਲਾਇਆ, ਤੇ ਪਾਣੀ ਹਵਾ ਨੂੰ ਵੀ ਨਹੀਂ ਮਿਲਾਉਣਾ ਕੀਤਾ ਸੀ। ਪਾਣੀ ਦੇ ਹਵਾਦਿਕ ਤੱਤਾਂ ਦੇ ਮਿਲਾਪ ਕਰਕੇ ਸਰੀਰ ਵੀ ਨਹੀਂ ਸੀ ਬਣਿਆ। ਸ਼ਾਸਤਰ ਸਾਸਤ ਨਾ ਹੋਤਾ ਵੇਦ ਨ ਹੋਤਾ। ਫਿਰ ਸ਼ਾਸਤਰਾਂ ਦੀ ਰਚਨਾ ਕਰਨ ਵਾਲੇ ਰਿਖੀਆਂ ਦੇ ਜੰਮਣ ਤੋਂ ਪਹਿਲਾਂ ਕੋਈ ਸ਼ਾਸਤਰ ਵੀ ਨਹੀਂ ਹੁੰਦਾ ਸੀ। ਬ੍ਰਹਮਾਦਿਕ ਦੇ ਜੰਮਣ ਤੋਂ ਪਹਿਲਾਂ ਕੋਈ ਵੇਦ ਵੀ ਨਹੀਂ ਸੀ ਹੁੰਦਾ। ਕਰਮ ਕਹਾਂ ਤੇ ਆਇਆ, ਫਿਰ ਨਿਤ ਨਿਮਿਤ ਪ੍ਰਾਸ਼ਚਿਤ ਆਦਿ ਕਰਮ ਕਿੱਥੋਂ ਤੋਂ ਆਇਆ ਸੀ। ਮਤਲਬ ਕੋਈ ਕਰਮ ਕਰਨ ਵਾਲਾ ਹੀ ਨਹੀਂ ਸੀ, ਕੋਈ ਕਰਮ ਹੀ ਨਹੀਂ ਸੀ। ਖੇਚਰ ਭੂਚਰ ਤੁਲਸੀ ਮਾਲਾ, ਕੋਈ ਖੇਚਰੀ ਪੂਚਰੀ ਆਦਿਕ ਦੁਆਰਾ ਪ੍ਰਾਣਾਯਾਮ ਕਰਦਾ ਹੈ ਤੇ ਕੋਈ ਤੁਲਸੀ ਦੀ ਮਾਲਾ ਪਹਿਨਦਾ ਹੈ। ਗੁਰ ਪ੍ਰਸਾਦੀ ਪਾਇਆ, ਪਰ ਉਹ ਪਰਮੇਸ਼ਰ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਖੇਚਰ ਭੂਚਰ ਤੁਲਸੀ ਮਾਲਾ, ਖੇਚਰੀ ਪੂਚਰੀ ਆਦਿਕ ਮੰਦਰਾਂ ਦੇ ਪਹਿਰਨ ਜਾਂ ਤੁਲਸੀ ਦੀ ਮਾਲਾ ਫੇਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਗੁਰ ਪ੍ਰਸਾਦੀ ਪਾਇਆ, ਜਿਨਨੇ ਵੀ ਉਹਨੂੰ ਪਾਇਆ ਗੁਰਾਂ ਦੀ ਕਿਰਪਾ ਦੁਆਰਾ ਹੀ ਪਾਇਆ ਹੈ। ਇਸੇ ਪ੍ਰਕਾਰ ਖੇਚਰ ਭੂਚਰ ਤੁਲਸੀ ਮਾਲਾ, ਛੇ ਆਕਾਸ਼ ਵਿੱਚ ਚਾਰ ਵਿਚਰਨ ਵਾਲੇ ਜੋ ਦੇਵਤੇ ਨੇ, ਭੂਮੀ ਪ੍ਰਿਥਵੀ ਤੇ ਚਾਰ ਵਿਚਰਨ ਵਾਲੇ ਜੋ ਮਨੁੱਖ ਨੇ, ਜਾਂ ਜਿਹੜੇ ਤੁਲਸੀ ਦੀ ਮਾਲਾ ਪਹਿਨਣ ਵਾਲੇ ਵੈਸ਼ਨਵ ਲੋਕ ਹਨ ਆਦਿਕ, ਕਿਸੇ ਨੇ ਵੀ ਪਰਮੇਸ਼ਰ ਨਹੀਂ ਪਾਇਆ। ਗੁਰ ਪ੍ਰਸਾਦੀ ਪਾਇਆ, ਜਿਸ ਕਿਸੇ ਨੇ ਵੀ ਪਾਇਆ ਉਹ ਗੁਰਾਂ ਦੀ ਕਿਰਪਾ ਦੁਆਰਾ ਹੀ ਪਾਇਆ ਹੈ। ਫਿਰ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜੀ? ਤਾਂ ਦੱਸਦੇ ਨੇ ਇਸੇ ਪ੍ਰਕਾਰ ਖੇਚਰ ਭੂਚਰ ਤੁਲਸੀ ਮਾਇਆ। ਸੋ ਜਿਹੜਾ ਤੁਲਸੀ ਮਾਲਾ, ਜਿਹੜਾ ਚੇਤਨ ਬ੍ਰਹਮ ਖੇ ਆਕਾਸ਼ ਵਿੱਚ ਚਰ ਵਿਚਰਨ ਵਾਲਾ ਹੈ, ਭੂ ਪ੍ਰਿਥਵੀ ਦੀਆਂ ਜੂਨਾਂ ਦੇ ਵਿੱਚ ਚਰ ਵਿਚਰਨ ਵਾਲਾ, ਅਤੇ ਜੋ ਸਾਰੇ ਜੀਵਾਂ ਦੀ ਮਾਲਾ ਪੰਕਤੀ ਵਿੱਚ ਇੱਕ ਤੁਲ ਸੀ, ਬਰਾਬਰ ਹੈ, ਬਰਾਬਰ ਸੀ, ਬਰਾਬਰ ਹੋਵੇਗਾ। ਗੁਰ ਪ੍ਰਸਾਦੀ ਪਾਇਆ, ਗੁਰਾਂ ਦੀ ਕਿਰਪਾ ਦੁਆਰਾ ਪਾਇਆ ਹੈ, ਪ੍ਰਾਪਤ ਹੁੰਦਾ। ਇਸੇ ਪ੍ਰਕਾਰ ਖੇਚਰ ਭੂਚਰ ਤੁਲਸੀ ਮਾਲਾ, ਆਕਾਸ਼ ਵਿੱਚ ਵਿਚਰਨ ਵਾਲੇ ਦੇਵਤੇ ਤੇ ਪ੍ਰਿਥਵੀ ਤੇ ਵਿਚਰਨ ਵਾਲੇ ਜੀਵਾਂ ਦੇ ਅੰਦਰ ਇੱਕੋ ਪਰਮੇਸ਼ਰ ਹੈ, ਜਿਸ ਦੀ ਐਸੀ ਤੁਲ ਬਰਾਬਰਤਾ ਵਾਲੀ ਬਿਰਤੀ ਹੋ ਗਈ ਸੀ। ਉਹ ਬ੍ਰਹਮ ਗਿਆਨੀ ਬਣ ਗਿਆ ਸੀ, ਹੋ ਗਈ ਹੈ, ਸੋ ਬ੍ਰਹਮ ਗਿਆਨੀ ਹੈ। ਗੁਰ ਪ੍ਰਸਾਦੀ ਪਾਇਆ, ਤੇ ਉਹਨੇ ਹਿਰਦੇ ਵਿੱਚੋਂ ਸ਼ੁੱਧ ਸਰੂਪ ਨੂੰ ਪਾ ਕੇ ਮਗਰੋਂ ਮਾਇਆ ਲਾ ਦਿੱਤੀ ਹੈ, ਕਿਉਂਕਿ ਉਹਨੇ ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਪਾਉਣਾ ਕੀਤਾ ਹੈ। ਨਾਮਾ ਪ੍ਰਣਵੈ ਪਰਮ ਤਤ ਹੈ। ਨਾਮਦੇਵ ਜੀ ਪ੍ਰਣਵੈ ਵਿਚਾਰਨ ਕਰਦੇ ਨੇ ਕਿ ਜੋ ਪਰਮ ਵੱਡਾ ਸਿਧਾਂਤ ਸਰੂਪ ਹੈ ਜਾਂ ਅਸਲੀ ਤਤ ਸਰੂਪ ਹੈ, ਭਾਵ ਸਾਰਿਆਂ ਵਿੱਚ ਆਪਣਾ ਆਤਮਾ ਸਰੂਪ ਹੈ। ਸਤਿਗੁਰ ਹੋਏ ਲਖਾਇਆ, ਉਹ ਸੱਚੇ ਗੁਰੂ ਦਾ ਜਣਾਇਆ ਹੋਇਆ ਜਾਣਿਆ ਜਾ ਸਕਦਾ ਹੈ, ਜਾਂ ਉਸ ਦਾ ਸਤਿਗੁਰੂ ਦੁਆਰਾ ਜਾਣਨਾ ਹੁੰਦਾ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਵੇਦ ਬਿਆਸੈ ਕੋਇ। ਇਹ ਗੁਰਮੁਖੋ, ਇਹ ਭਰਾਵੋ, ਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਤੋਂ ਬਗੈਰ ਕੋਈ ਜਣਾਉਂਦਾ ਨਹੀਂ। ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਗੁਰੂ ਸੱਚੇ ਪਾਤਸ਼ਾਹ ਜੀ
ਉਹਨਾਂ ਨੂੰ ਕਹਿੰਦੇ ਨੇ ਜਿਹਨੇ ਸਤਿਪੁਰਖ ਨੂੰ ਖੁਦ ਆਪ ਜਾਣਿਆ, ਜਿਹਨੇ ਜਾਣ ਲਿਆ, ਜਿਹਨੇ ਦਰਸ਼ਨ ਕੀਤੇ, ਉਹੀ ਅੱਗੇ ਦੱਸੂਗਾ। ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਬ੍ਰਹਮ ਨਿਰੰਕਾਰ ਤੇ ਵੇਈ ਦੁਆਰਾ 3 ਦਿਨ ਪ੍ਰਵੇਸ਼ ਹੋ ਕੇ ਅਕਾਲ ਪੁਰਖ ਦੇ ਸਨਮੁਖ ਦਰਸ਼ਨ ਕਰਦੇ ਰਹੇ। ਉੱਥੋਂ ਹੀ ਮੂਲ ਮੰਤਰ ਜਪਜੀ ਸਾਹਿਬ, ਮਾਲਾ ਮੰਤਰ, ਗੁਰਬਾਣੀ ਦੀ ਬਖਸ਼ਿਸ਼ ਲੈ ਕੇ ਫਿਰ ਸੰਸਾਰ ਦੇ ਜੀਆਂ ਨੂੰ ਬ੍ਰਹਮ ਗਿਆਨ ਬਖਸ਼ਿਆ ਹੈ। ਤਾਂ ਮੁੱਢ ਤੋਂ ਹੀ ਬ੍ਰਹਮ ਗਿਆਨ ਦੀ ਦਾਤ ਦੇਣ ਵਾਲੇ ਸਤਿਗੁਰੂ, ਜਿਸ ਤਰ੍ਹਾਂ ਗੋਪਾਲ ਪਾਂਧੇ ਨੂੰ ਤੇ ਜਾਂ ਨੂਰਦੀਨ ਕਾਜੀ ਨੂੰ ਛੋਟੀ ਉਮਰ 'ਚ ਹੀ ਗਿਆਨ ਦਿੱਤਾ, ਪਰ ਮਰਿਆਦਾ ਨਿਭਾਉਂਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋਏ। ਤੋ ਜਿਸ ਨੇ ਸੱਚਖੰਡ ਦੇ ਵਾਸੀ ਬਣਨਾ ਕੀਤਾ, ਉੱਥੋਂ ਦੇ ਦਰਸ਼ਨ ਪਾ ਲਏ। ਸਭ ਸੰਤਾਂ ਭਗਤਾਂ ਨੇ ਵੀ ਪਹਿਲਾਂ ਦਰਸ਼ਨ ਪਾਏ, ਫਿਰ ਬਾਣੀ ਉਚਾਰੀ। ਜਿਵੇਂ ਧੰਨੇ ਨੂੰ ਰੱਬ ਮਿਲਿਆ, ਫਿਰ ਉਹਨਾਂ ਆਰਤਾ ਕੀਤਾ। ਇਹ ਸਾਰਿਆਂ ਦੀ ਬਾਣੀ ਅਕਾਲ ਪੁਰਖ ਨੂੰ ਪਾਉਣ ਤੋਂ ਬਾਅਦ ਉਚਾਰੀ ਗਈ। ਜਬ ਦੇਖਾਂ ਤਬ ਗਾਵਾਂ। ਜਿਹਨੂੰ ਆਪ ਗਿਆਨ ਨਹੀਂ, ਉਹ ਦੂਸਰੇ ਨੂੰ ਕੀ ਸਿੱਖਿਆ ਦੇਵੇਗਾ। ਅੰਧੇ ਖੂਹੀ ਅੰਧੇ ਠੇਲੇ, ਅੰਧੇ ਗੁਰੂ ਦੇ ਭਰਮ ਨਾ ਜਾਈ। ਸੋ ਜਿਹੜਾ ਗੁਰੂ ਹੈ ਗਿਆਨਵਾਨ ਹੋਣਾ ਚਾਹੀਦਾ। ਸੋ ਸਾਡਾ ਗੁਰੂ ਸਤਿਪੁਰਖ ਨੂੰ ਜਾਣਨ ਵਾਲਾ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿਖ ਉਧਰੈ, ਨਾਨਕ ਹਰਿ ਗੁਣ ਗਾਓ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ 5ਵਾਂ ਸਰੂਪ ਫਰਮਾਉਂਦੇ ਨੇ, ਜੇ ਤੁਸੀਂ ਹਰੀ ਦੇ ਗੁਣ ਗਾਓਗੇ ਤਾਂ ਸਤਿਗੁਰੂ ਦੀ ਸੰਗਤ ਕਰਕੇ ਉਹ ਸਿੱਖ ਉਧਰ ਜਾਣਗੇ। ਸੋ ਜਿਹੜੇ ਮਹਾਰਾਜ ਦਾ ਬਚਨ ਮੰਨ ਕੇ ਬਾਣੀ ਪੜ੍ਹਨਗੇ, ਨਾਮ ਜਪਣਗੇ, ਕਥਾ ਕੀਰਤਨ ਰੂਪੀ ਗੁਣ ਗਾਉਣਗੇ, ਗੁਣ ਗਾਵਤ ਹੋਵਤ ਪ੍ਰਗਾਸ। ਸੋ ਮਹਾਰਾਜ ਦੀ ਕਿਰਪਾ ਹੋਏਗੀ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦਾਸ ਦੀਆਂ ਸਮਝ ਕੇ ਮਾਫ ਕਰਨੀਆਂ ਜੀ। ਉਪਦੇਸ਼ ਗੁਰੂ ਜੀ ਦਾ ਸਮਝ ਕੇ ਧਾਰਨ ਕਰਨਾ। ਆਓ 2 ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਓ ਜੀ। ਖੇਚਰ ਪੂਚਰ ਤੁਲਸੀ ਮਾਲਾ, ਗੁਰ ਪ੍ਰਸਾਦੀ ਪਾਇਆ। ਨਾਮਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ।